समाना। एह बाणी जो जियों जाने, तिस अंतर रवै हर नामा। बाणी गुरु गुरु है बाणी, विच बाणी अमृत सारे। गुरबाणी कहे सेवक जन मानै, पर तख गुरु निस्तारे। बाणी बिरलो विचारसी, जे को गुरमुख होए। एह बाणी महापुरख की, निज कर वासा होए। गौड़ी बैरागण रहोए के संत के, महला पंजवा। एक ओंकार सतगुर प्रसाद, है कोई राम प्यारो गावे। सर्ब कल्याण सुख सच पावे। रहाओ बन बन खोजत, फिरत बैरागी। बिरले काहूँ एक लिव लागी, जिन हर पाया से वड भागी। ब्रह्मादक सनकादक चाहे, जोगी जति सिद्ध हर आहै। जिसे परापत सो हर गुण गाहै। ताकी शरण जिन बिसरत नाही, वड भागी। हर संत मिलाही, जन्म मरण तेह मूले नाही। कर कृपा मिल प्रीतम प्यारे। बिनो सुनो प्रभ ऊच
ਊਚ ਅਪਾਰੇ। ਨਾਨਕ ਮੰਗਤ ਨਾਮ ਆਧਾਰੇ। ਕਰ ਕਿਰਪਾ ਮਿਲ ਪ੍ਰੀਤਮ ਪਿਆਰੇ। ਬਿਨੋ ਸੁਨੋ ਪ੍ਰਭ ਊਚ ਅਪਾਰੇ। ਨਾਨਕ ਮੰਗਤ ਨਾਮ ਆਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਗੌੜੀ ਬੈਰਾਗਣ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। 203 ਅੰਗ ਤੇ ਦਰਜ ਹੈ। ਇਸ ਸ਼ਬਦ ਦੀ ਵਿਚਾਰ ਅੱਜ ਆਪ ਜੀ ਸਰਵਣ ਕਰੋਗੇ। ਅੰਮ੍ਰਿਤ ਦਾ ਬਾਟਾ ਹਰ ਐਤਵਾਰ 11 ਵਜੇ ਤਿਆਰ ਹੁੰਦਾ ਹੈ। ਕੇਸੀ ਇਸ਼ਨਾਨ ਕਰਕੇ ਪਹੁੰਚੋ, ਗੁਰੂ ਵਾਲੇ ਬਣੋ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਸ ਮਹੀਨੇ ਦੀ ਸੰਗਰਾਂਦ 16 ਤਰੀਕ ਨੂੰ ਹੈ। ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ 17 ਤਰੀਕ ਨੂੰ ਹੈ। 17 ਤਰੀਕ ਨੂੰ ਹੀ ਨਗਰ ਕੀਰਤਨ ਸਜੇਗਾ, ਜੋ ਸੀਸਗੰਜ ਸਾਹਿਬ ਤੋਂ ਚੱਲ ਕੇ ਬੰਗਲਾ ਸਾਹਿਬ ਹੁੰਦਿਆਂ ਹੋਇਆਂ ਰਕਾਬਗੰਜ ਸਾਹਿਬ ਪਹੁੰਚੇਗਾ। 18 ਤਰੀਕ ਦੇ ਵਿਸ਼ੇਸ਼ ਸਮਾਗਮ ਰਕਾਬਗੰਜ ਸਾਹਿਬ ਹੋਣਗੇ। ਗੁਰੂ ਨੌਵੇਂ ਪਾਤਸ਼ਾਹ ਜੀ ਨੇ ਸ਼ਹਾਦਤ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ 10ਵੇਂ ਪਾਤਸ਼ਾਹ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ। ਸੋ ਗੁਰੂ ਭਗਤ ਦੀ ਗੁਰਪੁਰਬ ਗੁਰੂ 10ਵੇਂ ਪਾਤਸ਼ਾਹ ਜੀ ਦਾ 15 ਤਰੀਕ ਨੂੰ ਹੈ। ਇਹਨਾਂ ਸਾਰੇ ਸਮਿਆਂ ਤੇ ਸੇਵਾ ਕਰਕੇ, ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਇਹਨਾਂ ਸਮਿਆਂ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ, ਬੜੇ ਸਾਰੇ ਪਰਿਵਾਰ ਲੰਗਰਾਂ ਦੀ ਸੇਵਾ ਕਰਦੇ ਨੇ। ਸਭ ਨੂੰ ਬੇਨਤੀ ਹੈ ਕਿ ਇਸ ਖਰਚੇ ਨੂੰ ਅੱਧਾ ਕੀਤਾ ਜਾਏ। ਅੱਧੀ ਮਾਇਆ ਜਿਹੜੀ ਹੈ ਉਹ ਆਪਾਂ ਗਰੀਬ ਜੋ ਸਿੱਖ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਖਰਚੀਏ, ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਪਨੀਰੀ ਹੈ, ਬੱਚੇ ਨੇ, ਉਹ ਪੜ੍ਹ ਲਿਖ ਸਕਣ, ਪੜ੍ਹ ਕੇ ਸਮਰੱਥ ਹੋ ਸਕਣ, ਆਪਣੀਆਂ ਨੌਕਰੀਆਂ, ਆਪਣੇ ਕਾਰੋਬਾਰ ਕਰ ਸਕਣ। ਇੱਦਾਂ ਜਦੋਂ ਆਪਾਂ ਆਪਣੀ ਕੌਮ ਨੂੰ ਸੰਭਾਲਾਂਗੇ, ਕੌਮ ਦੀ ਚੜ੍ਹਦੀ ਕਲਾ ਵੀ ਹੋਵੇਗੀ। ਪਰ ਇਹ ਸਾਰੀ ਮਦਦ ਕਰਦਿਆਂ ਇੱਕ ਸ਼ਰਤ ਰੱਖਣੀ ਹੈ ਕਿ ਬੱਚੇ ਕੇਸਾਧਾਰੀ ਹੋਣ, 5ਵੀਂ ਤੋਂ ਬਾਅਦ ਅੰਮ੍ਰਿਤਧਾਰੀ ਹੋਣ, 10ਵੀਂ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਜਪਜੀ ਸਾਹਿਬ, ਰਹਿਰਾਸ ਸਾਹਿਬ ਜੀ ਦਾ ਪਾਠ ਜ਼ਬਾਨੀ ਕੰਠ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਬੇਸ਼ੁਮਾਰ ਅਥਾਹ ਅਗਣਤ ਅਤੁਲ, ਜਿਉ ਬੁਲਾਵੋ
ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸ਼ਬਦ ਅਵਤਾਰ ਬਾਣੀ ਦੇ ਬੋਹਿਤ। ਜੁਗੋ ਜੁਗ ਅਟਲ ਪਰਮ ਸਨਮਾਨਯੋਗ ਪਰਮ ਸਤਕਾਰਯੋਗ ਚਵਰ ਛਤਰ ਤਖਤ ਕੇ ਮਾਲਕ ਸਾਹਿਬੇ ਕਬਾਲ ਸਾਹਿਬੇ ਕਮਾਲ ਮੁਰਸ਼ਿਦੇ ਕਾਮਲ ਕਾਮਲੇ ਰਹਿਬਰ। ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਜੋਗੀਆਂ ਦੇ ਜੋਗੀ ਨਾਥਾਂ ਦੇ ਨਾਥ ਰਹਿਬਰਾਂ ਦੇ ਰਹਿਬਰ ਗੁਰੂਆਂ ਦੇ ਗੁਰੂ ਸਮੁੱਚੀ ਮਨੁੱਖਤਾ ਦਾ ਸਾਂਝਾ ਆਤਮਕ ਭੰਡਾਰ ਸ਼ਾਹੇ ਸ਼ਹਿਨਸ਼ਾਹ ਧੰਨ ਧੰਨ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਸਨਮਾਨਯੋਗ ਸਤ ਸੰਗਤ ਜੀਓ, ਗੁਰੂ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਸਤ ਸੰਗਤ ਜੀ। ਮਹਾਨ ਸਤਿਗੁਰੂ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੁੜ ਬੈਠੇ ਹੋ। ਟੀਵੀ ਚੈਨਲਾਂ ਰਾਹੀਂ ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਕੀ ਪਿਆਰੀ ਸਾਧ ਸੰਗਤ ਆਪਣੇ ਘਰ ਬੈਠੇ ਇਸ ਪਾਵਨ ਸਥਾਨ ਦੇ ਨਾਲ ਜੁੜ ਰਹੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਲੈ ਰਹੇ ਹੋ, ਰਹਿਮਤਾਂ ਲੈ ਰਹੇ ਹੋ। ਹੋਵੇ ਵੀ ਕਿਉਂ ਨਾ, ਬਖਸ਼ਿਸ਼ਾਂ ਰਹਿਮਤਾਂ ਨਦਰੇ ਇਨਾਇਤ ਮਿਲਣੀ ਇਸ ਪਾਵਨ ਸਥਾਨ ਤੋਂ ਹੈ। ਜਦ ਗੁਰੂ ਦੀ ਨਜ਼ਰ ਦੇ ਵਿੱਚ ਆ ਜਾਈਏ, ਜਦ ਗੁਰਬਾਣੀ ਦੇ ਨਾਲ ਜੁੜ ਜਾਈਏ, ਜਦ ਉਸ ਨੂੰ ਗਾ ਲਈਏ, ਕਿਉਂਕਿ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਅੱਜ ਇਹੀ ਵਚਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿ ਰਹੇ ਨੇ, ਹੈ ਕੋਈ ਰਾਮ ਪਿਆਰੋ ਗਾਵੇ। ਕਹਿੰਦੇ ਹੋਵੇ ਕੋਈ ਜੋ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਉਹਦੀ ਬੰਦਗੀ ਕਰਦਾ ਹੋਵੇ। ਸਿੱਖ ਧਰਮ ਹੈ ਕੀਰਤੀ ਦਾ ਧਰਮ, ਪ੍ਰਮਾਤਮਾ ਨੂੰ ਵਾਹ ਵਾਹ ਆਖਣ ਦਾ ਧਰਮ। ਗੌੜੀ ਰਾਗ ਅੰਦਰ ਗੌੜੀ ਬੈਰਾਗਣ ਰहोए के छंत के ਘਰ ਮਹੱਲਾ ਪੰਜਵਾਂ। ਹੁਣ ਗੌੜੀ ਬੈਰਾਗਣ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਤੇ ਰहोए ਕੇ ਕੀ ਹੈ? ਰहोए ਇਹ ਨਾ ਪੰਜਾਬ ਦੇ ਵਿੱਚ ਬਜ਼ੁਰਗਾਂ ਨੂੰ ਪਤਾ ਹੋਵੇਗਾ, ਜਦ ਮਾਤਾਵਾਂ ਭੈਣਾਂ ਨਾ ਕੋਈ ਖੁਸ਼ੀ ਦਾ ਗੀਤ ਗਾਣਾ ਹੋਵੇ ਉਦੋਂ ਧਾਰਨਾ ਲਾਈ ਜਾਂਦੀ ਹੈ, ਉੱਚੀ ਹੇਕ ਲਾ ਕੇ ਰहोया ਇਹਨੂੰ ਕਿਹਾ ਜਾਂਦਾ ਹੈ। ਤੇ ਉਦੋਂ ਜਦੋਂ ਗੀਤ ਗਾਏ ਜਾਂਦੇ ਨੇ, ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਗੌੜੀ ਬੈਰਾਗਣ ਰहोए ਕੇ ਛੰਤ ਦੇ ਵਿੱਚ ਕਹਿੰਦੇ ਖੁਸ਼ੀ ਦੇ ਗੀਤ ਉਸ ਪ੍ਰਮਾਤਮਾ ਵਾਹਿਗੁਰੂ ਦੀ ਸਿਫਤ ਸਲਾਘਾ ਕਰਨੀ। ਜਦ ਅੰਦਰ ਇੱਕ ਚਾਹ ਹੁੰਦਾ ਹੈ, ਅੰਦਰ ਇੱਕ ਆਨੰਦ ਹੁੰਦਾ ਹੈ, ਖੁਸ਼ੀ ਦੇ ਨਾਲ ਕੋਈ ਗੱਲ ਕੀਤੀ ਜਾਵੇ, ਕੋਈ ਗੀਤ ਗਾਇਆ ਜਾਵੇ, ਕਿਸੇ ਦੇ ਸਿਫਤੋ ਸਲਾਘਾ ਕੀਤੀ ਜਾਵੇ। ਵਿਆਹ ਸ਼ਾਦੀਆਂ ਦੇ ਵਿੱਚ ਮਾਤਾਵਾਂ ਭੈਣਾਂ ਗਾਉਂਦੀਆਂ ਨੇ ਗੀਤ। ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਹੈ ਕੋਈ ਰਾਮ ਪਿਆਰੋ ਗਾਵੇ, ਸਰਬ ਕਲਿਆਣ ਸੂਖ ਸੱਚ ਪਾਵੇ। ਕਹਿੰਦੇ ਹੈ ਕੋਈ ਜੇ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਗਾਉਂਦਾ ਹੋਵੇ, ਕਿਉਂਕਿ ਸਰਬ ਕਲਿਆਣ ਸੂਖ ਸੱਚ ਪਾਵੇ। ਕੋਈ ਵਿਰਲਾ ਹੀ ਹੈ ਜਿਹਨੇ ਉਸ ਸੁੱਖ ਦੀ ਪ੍ਰਾਪਤੀ ਕੀਤੀ ਹੈ, ਜਿਹਦੇ ਕਰਕੇ ਸਾਰੇ ਸੁੱਖ ਮਿਲ ਰਹੇ ਨੇ। ਸਰਬ ਕਲਿਆਣ ਸੁਖ ਸੱਚ ਪਾਵੇ, ਰਹਾਉ ਦੀ ਪੰਕਤੀ। ਸਿੱਖ ਧਰਮ ਹੈ ਕੀਰਤੀ ਦਾ ਧਰਮ, ਉਹਨੂੰ ਵਾਹ ਵਾਹ ਆਖਣ ਦਾ ਧਰਮ। ਤੇ ਸੋਹਿਲਾ ਵੀ ਹੈ ਨਾ, ਸੋਹਿਲਾ ਸਾਹਿਬ ਦਾ ਪਾਠ ਕੀ ਆ? ਸੋਹਿਲੇ ਵੀ ਗਾਉਂਦੇ ਆ। ਤੇ ਪਹਿਲਾਂ ਕਿਹਾ ਜਾਂਦਾ ਸੀ
ਕਈ ਵਾਰੀ ਇਹਨੂੰ ਵੀ ਗਾਇਆ ਜਾਂਦਾ ਸੀ ਤੇ ਕੀਰਤਨੀ ਸੋਹਿਲਾ ਧਾਰਨਾ ਲਾ ਕੇ ਉਦੋਂ ਰਾਗੀ ਸਿੰਘ ਜਦ ਗਾਉਂਦੇ ਸੀ ਤੇ ਜਿਸ ਤਰ੍ਹਾਂ ਆਸਾ ਦੀ ਵਾਰ ਹੈ, ਆਸਾ ਦੀ ਵਾਰ ਗਾਉਣ ਕਰਕੇ, ਕਿਉਂਕਿ ਕੀਰਤਨ ਦੇ ਵਿੱਚ ਰਾਗੀ ਸਿੰਘ ਕੀਰਤਨੀਏ ਸਿੰਘ ਗਾਉਂਦੇ ਨੇ ਤੇ ਉਹਦਾ ਨਾਮ ਪਾ ਦਿੱਤਾ ਗਿਆ ਸੀ ਕੀਰਤਨੀ ਆਸਾ ਦੀ ਵਾਰ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਸਾ ਦੀ ਵਾਰ ਹੈ, ਪਰ ਉੱਥੇ ਕੀਰਤਨੀ ਨਹੀਂ ਹੈ, ਆਸਾ ਦੀ ਵਾਰ। ਪਰ ਇੱਥੇ ਗਾਉਣ ਕਰਕੇ ਉਹਦਾ ਨਾਮ ਪੈ ਗਿਆ ਸੀ ਕੀਰਤਨੀ ਆਸਾ ਦੀ ਵਾਰ। ਸੋਹਲਾ ਸਾਹਿਬ ਜੋ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੇਵਲ ਸੋਹਿਲਾ ਹੈ, ਪਰ ਗਾਉਣ ਕਰਕੇ ਪੜ੍ਹਨ ਕਰਕੇ ਉਹਦਾ ਨਾਮ ਪਾ ਦਿੱਤਾ ਗਿਆ ਕੀਰਤਨੀ ਸੋਹਿਲਾ। ਹੁਣ ਸੋਹਿਲਾ ਖੁਸ਼ੀ ਦਾ ਗੀਤ, ਪਰਮਾਤਮਾ ਦੀ ਸਿਫਤੋ ਸਲਾਘਾ ਕਰਨੀ, ਉਹਨੂੰ ਗਾਉਣਾ, ਉਹਦੀ ਬੰਦਗੀ ਕਰਨੀ, ਤੇ ਬਿਲਕੁਲ ਇਸੇ ਤਰ੍ਹਾਂ ਅੱਜ ਦਾ ਵੀ ਇਹ ਪਾਵਨ ਸ਼ਬਦ। ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਕਿ ਪ੍ਰਮਾਤਮਾ ਵਾਹਿਗੁਰੂ ਨੂੰ ਕੋਈ ਗਾ ਲਵੇ, ਉਹਦੀ ਸਿਫਤੋ ਸਲਾਘਾ ਕਰੇ, ਜਿਹਦੇ ਕਰਕੇ ਸਾਰੇ ਸੁੱਖ ਪ੍ਰਾਪਤ ਹੋ ਰਹੇ ਨੇ। ਸਰਬ ਕਲਿਆਣ ਸੁਖ ਸੱਚ ਪਾਵੈ। ਅਕਸਰ ਹੁੰਦਾ ਕੀ ਹੈ ਨਾ, ਮੈਂ ਬੇਨਤੀ ਪਹਿਲਾਂ ਵੀ ਕੀਤੀ ਸੀ ਕਿ ਪ੍ਰਮਾਤਮਾ ਨੂੰ ਨਾ ਲੱਭਣ ਦੇ ਲਈ ਲੋਕ ਬੜਾ ਦੌੜੇ ਨੇ, ਬੜਾ ਭਟਕੇ ਨੇ, ਤੇ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਲੋਕਾਂ ਨੇ, ਧਰਮ ਦੇ ਪੈਰੋਕਾਰ ਅਖਵਾਉਣ ਵਾਲੇ ਲੋਕਾਂ ਨੇ ਉਹ ਜੀ ਫਿਰ ਜਗ੍ਹਾਵਾਂ ਵੀ ਨਿਯੁਕਤ ਕਰ ਦਿੱਤੀਆਂ, ਬਣਾ ਦਿੱਤੀਆਂ, ਤੇ ਕਹਿ ਦਿੱਤਾ ਕਿ ਵੀ ਪ੍ਰਮਾਤਮਾ ਇੱਥੇ ਵਸਦਾ ਏ, ਤੁਸੀਂ ਇੱਥੇ ਆ ਜਾਓ। ਤੇ ਕਈ ਐਸੇ ਧਰਮੀ ਆਪਣੇ ਆਪ ਨੂੰ ਆਗੂ ਅਖਵਾਉਣ ਵਾਲੇ ਲੋਕਾਂ ਨੇ, ਉਹਨਾਂ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਸੀ ਜੋ ਗ੍ਰਸਤੀ ਜੀਵਨ ਹੁੰਦਾ ਹੈ ਨਾ, ਨਿਰਵਾਣ ਪਦ ਜੇ ਕਿਸੇ ਨੂੰ ਹਾਸਲ ਕਰਨਾ ਹੈ, ਨਿਰਵਾਣ ਪਦ ਇੱਕ ਉੱਚਾ ਪਦ, ਉੱਚੀ ਪੋਜੀਸ਼ਨ ਜੇ ਕਿਸੇ ਨੂੰ ਹਾਸਲ ਕਰਨੀ ਹੈ, ਤੇ ਫਿਰ ਗ੍ਰਸਤੀ ਜੀਵਨ ਜੋ ਹੈ ਉਸ ਨਿਰਵਾਣ ਪਦ ਦੇ ਰਸਤੇ ਦੇ ਵਿੱਚ ਇੱਕ ਦੀਵਾਰ ਹੈ। ਇਸ ਕਰਕੇ ਗ੍ਰਸਤੀ ਜੀਵਨ ਛੱਡ ਦਿਓ। ਤੇ ਕਈਆਂ ਨੇ ਛੱਡ ਵੀ ਦਿੱਤਾ, ਕਈ ਲੋਕ ਚਲੇ ਵੀ ਗਏ, ਉਸ ਗ੍ਰਸਤੀ ਜੀਵਨ ਨੂੰ ਛੱਡ ਕੇ ਪਹਾੜਾਂ ਤੇ ਚਲੇ ਗਏ ਨੇ, ਜੰਗਲਾਂ ਤੇ ਚਲੇ ਗਏ ਨੇ। ਪਰ ਹੋਇਆ ਕੀ, ਉੱਥੇ ਜਾ ਕੇ ਵੀ ਹਾਲਤ ਇਹ ਬਣ ਗਈ, ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ, ਅਜੂ ਬਿਕਾਰ ਨਾ ਛੋੜਈ ਪਾਪੀ ਮਨ ਮੰਦਾ। ਗ੍ਰਸਤੀ ਜੀਵਨ ਨੂੰ ਛੱਡ ਕੇ ਗਏ ਸੀ ਕਿ ਪ੍ਰਮਾਤਮਾ ਨੂੰ ਮਿਲਣਾ ਹੈ, ਪਹਾੜਾਂ ਤੇ ਜਪ ਤਪ ਕੀਤਾ, ਜੰਗਲਾਂ 'ਚ ਜਪ ਤਪ ਕੀਤਾ ਹੈ, ਪਰ ਉੱਥੇ ਵੀ ਜਾ ਕੇ ਕੇਵਲ ਹੰਕਾਰ ਹੀ ਹੱਥ 'ਚ ਆਇਆ। ਮੈਂ ਸੋਚਿਆ ਕਿ ਜੀ ਮੈਂ ਗ੍ਰਸਤ ਜੀਵਨ ਛੱਡ ਦਿਆਂਗਾ, ਮੈਂ ਇਕੱਲਾ ਰਵਾਂਗਾ ਤੇ ਪ੍ਰਮਾਤਮਾ ਨੂੰ ਹਾਸਲ ਕਰ ਲਿਆਂਗਾ, ਪਰ ਕੇਵਲ ਹੰਕਾਰ ਹੀ ਆਇਆ। ਤੇ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਵੀ ਸਤਿਗੁਰੂ ਜੀ ਇਹੀ ਕਹਿ ਰਹੇ ਨੇ, ਕਹਿੰਦੇ ਬਨ ਬਨ ਖੋਜਤ ਫਿਰਤ ਬੈਰਾਗੀ। ਬਨ ਬਨ ਖੋਜਤ, ਕਹਿੰਦੇ ਬੈਰਾਗੀ ਹੋਇਆ ਫਿਰਦਾ, ਜੰਗਲ ਜੰਗਲ ਕਿਆ ਭਾਵੇਂ ਬਣ ਕੰਡਾ ਮੋਣੇ, ਵਸੀ ਰੱਬ ਹਿਆਲੀ ਬਾਹਰ ਕਿਆ ਢੂੰਡੇ। ਤੈਨੂੰ ਪਤਾ ਨਹੀਂ ਆ ਪਰਮਾਤਮਾ ਦਾ ਜੋ ਅਸਲ ਘਰ ਹੈ ਉਹ ਹੈ ਤੇਰਾ ਹਿਰਦਾ। ਤੇ ਜੇ ਪ੍ਰਮਾਤਮਾ ਨੂੰ ਮਿਲਣਾ ਹੈ, ਜੇ ਉਹ ਧਰਮ ਨੂੰ ਕਮਾਉਣਾ ਹੈ, ਉਸ ਨਿਰਵਾਣ ਪਦ ਨੂੰ ਜੇ ਤੂੰ ਹਾਸਲ ਕਰਨਾ ਚਾਹੁੰਦਾ ਹੈ, ਤੇ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੂੰ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਹੀ ਉਸ ਨਿਰਵਾਣ ਪਦ ਨੂੰ ਹਾਸਲ ਕਰ ਸਕਦਾ ਹੈ, ਉਸ ਧਰਮ ਨੂੰ ਕਮਾ ਸਕਦਾ ਹੈ। ਗੱਲ ਤਾਂ ਬੜੇ, ਸਤਿਗੁਰੂ ਜੀ ਕਹਿੰਦੇ ਮੇਰੀ ਖੁਸ਼ੀ ਤੇ ਉਹਦੇ ਉੱਤੇ ਹੋਵੇਗੀ, ਕੋਈ ਅੰਜਨ ਮਾਹਿ ਨਿਰੰਜਨ ਰਹੀਆ। ਅੰਜਨ ਕਿਹਾ ਜਾਂਦਾ ਹੈ ਕਾਲਕ ਨੂੰ, ਸੁਰਮੇ ਨੂੰ ਸੁਰਮਾ ਪਾਇਆ ਜਾਂਦਾ ਹੈ ਅੱਖਾਂ 'ਚ। ਮੈਂ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਕੋਈ ਕੱਪੜਿਆਂ ਦੀ ਦੁਕਾਨ ਉੱਤੇ ਕੰਮ ਕਰਦਾ ਹੋਵੇ, ਸਾਰੀ ਦਿਹਾੜੀ ਉੱਥੇ ਲਗਾ ਦੇਵੇ, ਉਹ ਕੰਮ ਕਰੇ ਕੱਪੜਿਆਂ ਦੀ ਦੁਕਾਨ ਦੇ ਵਿੱਚ, ਤੇ ਬਾਹਰ ਨਿਕਲ ਕੇ ਆਖੇ ਜੀ ਵੇਖੋ ਜੀ ਮੇਰੇ ਕੱਪੜਿਆਂ ਤੇ ਕੋਈ ਦਾਗ ਨਹੀਂ ਲੱਗਿਆ, ਮੈਂ ਬੇਦਾਗ ਨਿਕਲਿਆ, ਕਿਹੜੀ ਵੱਡੀ ਗੱਲ ਹੋ ਗਈ।
ਕੋਈ ਸੁਨਾਰ ਦੀ ਸੁਨਿਆਰੀ ਦੀ ਦੁਕਾਨ ਤੇ ਕੰਮ ਕਰਦਾ ਹੋਵੇ, ਡਾਇਮੰਡ ਦੀ ਹੀਰੇ ਜਵਾਹਰਾਤ ਦੀ ਦੁਕਾਨ ਤੇ ਕੰਮ ਕਰਦਾ ਹੋਵੇ ਤੇ ਬਾਹਰ ਨਿਕਲ ਕੇ ਆਖੇ ਜੀ ਮੈਂ ਬੇਦਾਗ ਨਿਕਲਿਆ ਹਾਂ, ਕਿਹੜੀ ਵੱਡੀ ਗੱਲ ਹੋ ਗਈ? ਉੱਥੇ ਕਿਹੜੀ ਗੰਦਗੀ ਆ? ਸਤਿਗੁਰੂ ਜੀ ਕਹਿੰਦੇ ਮੇਰਾ ਸੀਸ ਤੇ ਉਹਦੇ ਅੱਗੇ ਝੁਕੇਗਾ। ਕਾਜਰ ਕੋਟ ਮੈਂ ਭਈ ਨਾ ਕਾਰੀ, ਨਿਰਮਲ ਬਰਨ ਬਨਿਓਰੀ, ਐਸੋ ਸਮਰਥ ਬਰਨ ਨਾ ਸਾਕੋ, ਤਾਕੀ ਉਪਮਾ ਜਾਤ ਨਾ ਕਹੋਰੀ। ਕੋਈ ਕੋਇਲੇ ਦੀ ਖਾਨ ਦੇ ਵਿੱਚ ਕੰਮ ਕਰਦਾ ਹੋਵੇ, ਸਾਰਾ ਦਿਨ ਉੱਥੇ ਬਤੀਤ ਕਰਕੇ ਤੇ ਫੇਰ ਬਾਹਰ ਨਿਕਲੇ ਤੇ ਫੇਰ ਕਹਿ ਦਵੇ ਜੀ ਮੈਂ ਬੇਦਾਗ ਨਿਕਲਿਆ ਹਾਂ, ਮੇਰੇ ਕੱਪੜਿਆਂ ਉੱਤੇ ਕੋਈ ਦਾਗ ਨਹੀਂ, ਮੇਰਾ ਸੀਸ ਉਹਦੇ ਅੱਗੇ ਝੁਕੇਗਾ। ਅੰਜਨ ਮਾਹੇ ਨਿਰੰਜਨ ਰਹੀ ਆ। ਕੋਈ ਕਾਲਕ ਦੇ ਵਿੱਚ ਰਹਿ ਕੇ ਕੋਈ ਬੇਦਾਗ ਹੋਵੇ, ਗ੍ਰਸਤੀ ਜੀਵਨ ਬਤੀਤ ਕਰਦਿਆਂ ਹੋਇਆਂ ਕੋਈ ਧਰਮ ਨੂੰ ਕਮਾ ਲਵੇ, ਕੋਈ ਪ੍ਰਮਾਤਮਾ ਵਾਹਿਗੁਰੂ ਨੂੰ ਪਾ ਲਵੇ, ਸਤਿਗੁਰੂ ਜੀ ਕਹਿੰਦੇ ਮੇਰਾ ਸੀਸ ਉਹਦੇ ਅੱਗੇ ਝੁਕਦਾ ਹੈ। ਰਾਜਾ ਜਨਕ ਜੀ ਬਾਰੇ ਕਿਹਾ ਗਿਆ ਸੀ ਨਾ ਭਾਈ ਸਾਹਿਬ ਗੁਰਦਾਸ ਸਾਹਿਬ ਜੀ ਵੱਲੋਂ, ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ। ਹੁਣ ਕਈ ਵਾਰੀ ਜਿਸ ਗੱਲ ਨੂੰ ਪੰਕਤੀ ਨੂੰ ਪੜ੍ਹੀਏ ਨਾ ਤੇ ਸੋਚ ਵਿੱਚ ਪੈ ਜਾਂਦੇ ਹਾਂ ਕਿ ਭਗਤੀ ਤੇ ਰਾਹਾਂ ਦੇ ਵਿੱਚ ਵੀ ਕੋਈ ਉੱਚਾ ਵੱਡਾ ਹੁੰਦਾ, ਕੋਈ ਨੀਵਾਂ ਹੁੰਦਾ, ਕਿਉਂਕਿ ਇੱਥੇ ਤੱਕ ਕਿਹਾ ਜਾਂਦਾ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸ਼ਰਨਾਗਤ ਹਰ ਕੇ ਲੋਕ। ਇੱਥੇ ਭਗਤੀ ਦੇ ਰਾਹਾਂ ਦੇ ਵਿੱਚ ਨਾ ਕੋਈ ਨੀਵਾਂ ਹੈ, ਨਾ ਉੱਚਾ ਹੈ, ਨਾ ਮੱਧਮ ਹੈ, ਇੱਥੇ ਸਾਰੇ ਬਰਾਬਰ ਨੇ। ਤੇ ਫਿਰ ਭਗਤ ਵੱਡਾ ਰਾਜਾ ਜਨਕ ਕਿਸ ਤਰ੍ਹਾਂ ਹੋਇਆ? ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਕਿਸੇ ਦੇ ਕੋਲ ਕੁਝ ਨਾ ਹੋਵੇ, ਧਨ ਦੌਲਤ ਨਾ ਹੋਵੇ, ਹੀਰੇ ਜਵਾਹਰਾਤ ਨਾ ਹੋਣ, ਮਹਿਲ ਮਾੜੀਆਂ ਨਾ ਹੋਣ, ਫੇਰ ਕਹਿ ਦੇਵੇ ਜੀ ਮੈਨੂੰ ਲੋੜ ਨਹੀਂ, ਕਿਹੜੀ ਵੱਡੀ ਗੱਲ ਹੋ ਗਈ? ਪਰ ਇੱਕ ਕੋਲ ਹੁੰਦਿਆਂ ਸੁਣਦਿਆਂ ਰਾਜੇ ਜਨਕ ਕੋਲ ਪ੍ਰਜਾ ਵੀ ਹੈ, ਮਹਿਲ ਮਾੜੀਆਂ ਵੀ ਨੇ, ਹੀਰੇ ਜਵਾਹਰਾਤ ਵੀ ਹੈ, ਧਨ ਦੌਲਤ ਹੈ, ਪਰ ਜੋ ਆਤਮਕ ਤੌਰ ਤੇ ਪਕੜ ਹੈ ਨਾ, ਉਹ ਕੇਵਲ ਤਾਂ ਕੇਵਲ ਪ੍ਰਮਾਤਮਾ ਵਾਹਿਗੁਰੂ ਦੀ ਬੰਦਗੀ ਦੇ ਨਾਲ ਹੈ। ਪ੍ਰਮਾਤਮਾ ਵਾਹਿਗੁਰੂ ਦਾ ਨਾਮ ਮਾਇਆ ਕੀ ਹੈ ਸਤ ਸੰਗਤ ਜੀ? ਮੈਂ ਬੇਨਤੀ ਕਰਦੇ ਹਾਂ, ਹਰ ਉਹ ਚੀਜ਼ ਮਾਇਆ ਏ ਜੋ ਪ੍ਰਮਾਤਮਾ ਵਾਹਿਗੁਰੂ ਤੋਂ ਤੋੜ ਦਵੇ ਤੇ ਆਪਣੇ ਨਾਲ ਜੋੜ ਲਵੇ। ਕਿਹਾ ਜਾਂਦਾ ਨਾ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਹੁਣ ਮਾਇਆ ਕੇਵਲ ਪੈਸੇ ਨਹੀਂ ਨੇ, ਕਿਉਂਕਿ ਕੇਵਲ ਪੈਸੇ ਹੁੰਦੇ, ਧਨ ਦੌਲਤ ਹੀ ਹੁੰਦੀ, ਤੇ ਫਿਰ ਆਮ ਕਾਰ ਵਿਹਾਰ ਕਿਸ ਤਰ੍ਹਾਂ ਚੱਲ ਸਕਦੇ ਸਨ? ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੀ ਨਾ, ਤੁਸੀਂ ਵੇਖੋ ਜਿਸ ਵੇਲੇ ਪ੍ਰਚਾਰ ਦੌਰੇ ਤੇ ਸਨ ਤੇ ਮੈਂ ਤਾਂ ਕਲਿਆਣ ਦਾਸ ਜੀ ਮਾਤਾ ਜੀ ਉਹਨਾਂ ਨੂੰ ਜਦ ਮਿਲਣ ਗਏ ਨੇ ਤੇ ਕਿੰਨਾ ਸਤਿਕਾਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਰਦੇ ਹੁੰਦੇ ਸਨ। ਮੈਂ ਅਕਸਰ ਬੇਨਤੀ ਕਰਦਾ ਹਾਂ, ਘਰ ਦੇ ਵਿੱਚ ਨਾ ਜਦ ਵੀ ਮਾਂ-ਬਾਪ ਹੋਣ, ਬਜ਼ੁਰਗ ਹੋਣ, ਤੇ ਜ਼ਰੂਰ ਉਹਨਾਂ ਦੀ ਸੇਵਾ ਕਰੋ, ਕਿਉਂਕਿ ਜੇ ਤੁਹਾਡੇ ਬਜ਼ੁਰਗ ਹਨ, ਜੇ ਮਾਂ-ਬਾਪ ਹਨ ਨਾ, ਇਉਂ ਜਾਣੋ ਰੱਬ ਬੈਠਾ ਹੈ ਸਾਡੇ ਕੋਲ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪ ਗੁਰੂ ਹੋ ਕੇ ਬਾਣੀ ਦਾ ਪ੍ਰਚਾਰ ਬੜਾ ਕੀਤਾ, ਸ਼ਿਵਨਾਮ ਵਰਗੇ ਸੇਵਾਦਾਰ ਨਾਲ ਸਨ, ਭਾਈ ਭਗੀਰਥ ਜੀ ਵਰਗੇ, ਭਾਈ ਲਹਿਣਾ ਜੀ ਵਰਗੇ, ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕੋਲ ਰਹਿੰਦੇ ਹੁੰਦੇ ਸਨ। ਪਰ ਜਦ ਵੀ ਲੰਗਰ ਪ੍ਰਸ਼ਾਦਾ ਛਕਾਉਣਾ ਨਾ, ਜਦ ਕੋਲ ਹੁੰਦੇ ਸਨ, ਮੈਂ ਤਾਂ ਕਲਿਆਣ ਦਾਸ ਜੀ ਦੇ, ਮਾਤਾ ਤ੍ਰਿਪਤਾ ਜੀ ਦੇ, ਤੇ ਆਪ ਆਪਣੇ ਹੱਥੀਂ ਲੰਗਰ ਪ੍ਰਸ਼ਾਦਾ ਛਕਾਉਂਦੇ ਸਨ। ਤੇ ਮੈਂ ਤਾਂ ਕਲਿਆਣ ਦਾਸ ਜੀ ਨੇ ਪੁੱਛ ਲਿਆ ਕਿ ਨਾਨਕ ਪਹਿਲਾਂ ਤੇ ਲੱਗਿਆ ਸੀ ਕਿ ਕੰਮ ਗੜਬੜੀ ਹੈ, ਕਿ ਤੂੰ ਆ ਗਿਆ, ਘਰੋਂ ਜਿੰਨੀ ਵੀ ਚੀਜ਼ਾਂ ਨੇ ਚੱਕ ਕੇ ਲੈ ਜਾਂਦਾ, ਬਾਹਰ ਲੁਟਾ ਕੇ ਆ ਜਾਂਦਾ। 20 ਰੁਪਏ ਦਿੱਤੇ ਸਨ, ਉਹ ਵੀ ਵੰਡ ਕੇ ਹੀ ਆ ਗਿਆ, ਲੰਗਰ ਛਕਾ ਕੇ ਆ ਗਿਆ, ਉਜਾੜ ਕੇ ਹੀ ਆ ਗਿਆ। ਪਰ ਹੁਣ ਲੱਗਦਾ ਹੈ ਕਿ ਕੋਈ ਨਾ ਕੋਈ ਬਰਕਤ ਤੇ ਹੋਵੇਗੀ,
ਕੋਈ ਨਾ ਕੋਈ ਚੀਜ਼ ਤੇਰੇ ਅੰਦਰ ਹੈ ਕਿ ਐਨੇ ਵਿਦਵਾਨ ਵੱਡੇ ਵੱਡੇ ਮਹਾਂਪੁਰਖ ਤੇਰੇ ਪਿੱਛੇ ਲੱਗੀ ਤੁਰੇ ਫਿਰਦੇ ਨੇ, ਐਵੇਂ ਤੇ ਨਹੀਂ ਨਾ, ਫਿਰ ਸਾਨੂੰ ਵੀ ਕੋਈ ਜਲਵਾ ਵਿਖਾ। ਕਹਿਣ ਲੱਗੇ ਪਿਤਾ ਜੀ ਹੋਵੇ ਕੋਈ ਸਿੱਖ, ਕੋਈ ਸ਼ਰਧਾਵਾਨ, ਉਹਨੂੰ ਤੇ ਜਲਵਾ ਵਿਖਾਇਆ ਜਾਵੇ। ਤੁਸੀਂ ਆਪ ਪਿਤਾ ਹੋ, ਬੁਰਕੀ ਤੋੜ ਕੇ ਮੇਰੇ ਮੁੱਖ 'ਚ ਪਾਉਂਦੇ ਰਹੇ ਹੋ, ਤੁਹਾਨੂੰ ਕੀ ਜਲਵਾ ਵਿਖਾਵਾਂ ਮੈਂ? ਤੁਸੀਂ ਪਿਤਾ ਹੋ ਮੇਰੇ। ਤੇ ਉਦੋਂ ਕਹਿੰਦੇ ਚਲੋ ਠੀਕ ਹੈ, ਇਸ ਤਰ੍ਹਾਂ ਸਮਝੋ ਕਿ ਮੈਂ ਅੱਜ ਤੁਹਾਡਾ ਪਿਤਾ ਨਹੀਂ ਹਾਂ, ਇੱਕ ਆਮ ਸਾਧਾਰਨ ਜਿਹਾ ਮਨੁੱਖ ਤੁਹਾਡੇ ਕੋਲ ਸਿੱਖਿਆ ਲੈਣ ਲਈ ਆਇਆ ਹੈ, ਇੱਕ ਆਮ ਬਜ਼ੁਰਗ ਤੁਹਾਡੇ ਕੋਲ ਸਿੱਖਿਆ ਲੈਣ ਲਈ ਆਇਆ ਹੈ, ਹੁਣ ਕੁਝ ਸਿੱਖਿਆ ਮੈਨੂੰ ਦਿਓ। ਤੇ ਉਦੋਂ ਸਿੱਖਿਆ ਦਿੱਤੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਜੇ ਸਿੱਖ ਬਣ ਕੇ ਆਏ ਹੋ ਨਾ, ਵਾਕਈ ਸਾਧ ਸੰਗਤ ਜੀ ਯਾਦ ਰੱਖਣਾ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਸਿੱਖਿਆ, ਗੁਰੂ ਦੀ ਰਹਿਮਤ ਉਦੋਂ ਹੀ ਮਿਲ ਸਕਦੀ ਹੈ ਜਦ ਸਿੱਖ ਬਣ ਕੇ ਆਈਏ, ਜਦ ਆਪਣੀ ਮੱਤ ਨੂੰ ਮਾਰ ਕੇ ਆਈਏ। ਇੱਥੇ ਕੋਈ ਪਿਤਾ ਬਣ ਕੇ ਆਵੇ, ਕੋਈ ਸਿਆਣਾ ਚਲਾਕ ਬਣ ਕੇ ਆਵੇ, ਗੱਲ ਨਹੀਂ ਬਣੇਗੀ। ਕੋਈ ਪਿਤਾ ਵੀ ਬਣ ਕੇ ਆ ਜਾਵੇ ਤਾਂ ਗੱਲ ਨਹੀਂ ਬਣੇਗੀ। ਗੁਰੂ ਦੀ ਬਖਸ਼ਿਸ਼ ਵੀ ਲੈਣੀ ਸੀ ਤੇ ਸਿੱਖ ਬਣ ਕੇ ਆਏ ਮਹਿਤਾ ਕਲਿਆਣ ਦਾਸ ਜੀ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਹਿ ਦਿੱਤਾ ਫਿਰ ਪਿਤਾ ਜੀ ਸੁਣੋ, ਸਾਡੀ ਜੋ ਮੱਤ ਹੈ ਨਾ ਇੱਕ ਬੇੜੀ ਹੈ, ਬੇੜੀ ਤਰਦੀ ਵੀ ਪਾਣੀ ਉੱਤੇ ਹੈ ਤੇ ਡੁੱਬਦੀ ਵੀ ਪਾਣੀ ਦੇ ਵਿੱਚ ਹੀ ਆ। ਜਦ ਤੱਕ ਉਤਲੀ ਸਤਹ ਤੇ ਹੈ ਨਾ ਪੂਰ ਤਰ ਜਾਂਦਾ ਹੈ, ਪਰ ਜਦ ਉਹੀ ਪਾਣੀ ਵਿੱਚ ਪੈ ਜਾਵੇ ਨਾ ਬੇੜੀ ਡੁੱਬਣ ਲੱਗਿਆਂ ਦੇਰ ਨਹੀਂ ਲਾਉਂਦੀ। ਬਿਲਕੁਲ ਇਸੇ ਤਰ੍ਹਾਂ ਮੱਤ ਹੈ ਸਾਡੀ ਬੇੜੀ ਤੇ ਮਾਇਆ ਦਾ ਮੋਹ ਇਹ ਅਥਾਹ ਸਮੁੰਦਰ ਹੈ। ਮਾਇਆ ਤੁਹਾਡੇ ਹੱਥਾਂ ਤੱਕ ਰਵੇ, ਮਾਇਆ ਕਾਰ ਵਿਹਾਰ ਤੱਕ, ਕਾਰੋਬਾਰ ਤੱਕ ਰਵੇ, ਮਾਇਆ ਵਰਤਨ ਵਿਹਾਰ ਤੱਕ ਰਵੇ, ਪਰ ਮਾਇਆ ਨੂੰ ਕਿਤੇ ਆਪਣੇ ਹਿਰਦੇ 'ਚ ਨਾ ਵਸਾ ਲੈਣਾ। ਕਿਉਂਕਿ ਜਿਸ ਤਰ੍ਹਾਂ ਪਾਣੀ ਬੇੜੀ ਦੇ ਵਿੱਚ ਪੈ ਜਾਂਦਾ ਤੇ ਬੇੜੀ ਡੁੱਬ ਜਾਂਦੀ ਹੈ, ਮਾਇਆ ਜੇ ਹਿਰਦੇ 'ਚ ਪੈ ਗਈ ਤੇ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਡੁੱਬਣ ਲੱਗਿਆ ਦੇਰ ਨਹੀਂ ਲੱਗੇਗੀ। ਇਸੇ ਤਰ੍ਹਾਂ ਮਾਇਆ ਇਹ ਆ ਸਤ ਸੰਗਤ ਜੀ, ਮਾਇਆ ਤੋਂ ਬਿਨਾਂ ਕੰਮ ਵੀ ਕੋਈ ਨਹੀਂ ਚੱਲਦਾ। ਗੁਰਦੁਆਰੇ ਵੀ, ਧਰਮ ਮੰਦਰ ਵੀ ਜੋ ਚੱਲ ਰਹੇ ਨੇ, ਇੱਥੇ ਵੀ ਜੋ ਲੰਗਰ ਚੱਲ ਰਿਹਾ ਜਾਂ ਸੇਵਾਵਾਂ ਹੋ ਰਹੀਆਂ ਨੇ, ਮਾਇਆ ਤੋਂ ਬਿਨਾਂ ਨਹੀਂ ਹੋ ਰਹੀਆਂ, ਉਸ ਪੈਸਿਆਂ ਤੋਂ ਬਿਨਾਂ ਨਹੀਂ ਹੋ ਰਹੀਆਂ। ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ। ਪਰ ਕਮਾਲ ਦੀ ਗੱਲ ਹੈ ਜੇ ਵਿਚਾਰ ਕੀਤੀ ਜਾਵੇ, ਇੱਕ ਪਾਸੇ ਕਿਹਾ ਜਾ ਰਿਹਾ ਮਾਇਆ ਤੋਂ ਦੂਰ ਰਹਿਣਾ ਤੇ ਦੂਜੇ ਪਾਸੇ ਮਾਇਆ ਤੋਂ ਬਿਨਾਂ ਕੰਮ ਵੀ ਨਹੀਂ ਚੱਲ ਰਿਹਾ। ਕੇਵਲ ਪੈਸੇ ਨਹੀਂ ਨੇ ਸਤ ਸੰਗਤ ਜੀ, ਇਹ ਮਾਇਆ ਜਿਤ ਹਰ ਵੀਸਰੈ ਮੋਹ ਉਪਜੈ ਪਾਉ ਦੂਜਾ ਲਾਇਆ। ਮਾਇਆ ਇਹ ਹੈ ਅਸਲ ਤੌਰ ਤੇ ਜੇ ਸਮਝ ਲਈਏ, ਇਹ ਮਾਇਆ ਜਿਤ ਹਰ ਵੀਸਰੈ, ਹਰ ਉਹ ਚੀਜ਼ ਜੋ ਗੁਰੂ ਤੋਂ ਤੋੜ ਦਵੇ ਤੇ ਆਪਣੇ ਨਾਲ ਜੋੜ ਲਵੇ, ਉਹ ਭਾਵੇਂ ਕੋਈ ਵੀ ਚੀਜ਼ ਹੋਵੇ, ਭਾਵੇਂ ਤੁਹਾਡੀ ਪ੍ਰਾਪਰਟੀ ਹੈ, ਭਾਵੇਂ ਤੁਹਾਡੀ ਗੱਡੀ ਮੋਟਰ ਕਾਰ ਹੈ, ਭਾਵੇਂ ਲਗਜ਼ੂਰੀਅਸ ਲਾਈਫ ਹੈ, ਪਰਮਾਤਮਾ ਦੇ ਨਾਲ ਜੋ ਟੁੱਟ ਜਾਂਦਾ ਹੈ ਦੁਨਿਆਵੀ ਚੀਜ਼ਾਂ ਨੂੰ ਲੈ ਕੇ, ਉਹ ਮਾਇਆ ਦੇ ਨਾਲ ਜੁੜ ਜਾਂਦਾ ਹੈ। ਪਰ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਇਸ ਕਰਕੇ ਮੈਂ ਉਹਨੂੰ ਵੱਡਾ ਭਗਤ ਕਹਿੰਦਾ ਹਾਂ ਕਿ ਸਭ ਕੁਛ ਹੈ ਪਰ ਆਤਮਕ ਤੌਰ ਤੇ ਜੋ ਪਕੜ ਹੈ ਨਾ ਉਹ ਪਰਮਾਤਮਾ ਦੇ ਨਾਲ ਹੈ। ਗ੍ਰਸਤੀ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਕੋਈ ਉਸ ਧਰਮ ਨੂੰ ਕਮਾ ਲਵੇ, ਉਸ ਪਰਮਾਤਮਾ ਨੂੰ ਕਮਾ ਲਵੇ, ਉਸ ਨਾਮ ਨੂੰ ਆਪਣੇ ਹਿਰਦੇ 'ਚ ਵਸਾ ਲਵੇ, ਗੱਲ ਤੇ ਤਾਂ ਬਣੇਗੀ। ਕਿਉਂਕਿ ਯਾਦ ਰੱਖਣਾ ਸਤ ਸੰਗਤ ਜੀ, ਗ੍ਰਸਤੀ ਜੀਵਨ ਕੇਵਲ ਆਮ ਗ੍ਰਸਤੀ ਜੀਵਨ ਨਹੀਂ ਹੈ, ਇੱਕ ਸਾਡਾ ਨਿਰਾ ਸਕੂਲ ਹੈ। ਜਿਸ ਤਰ੍ਹਾਂ ਸਕੂਲ ਹੈ ਨਾ, ਸਕੂਲ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ, ਇਹ ਧਰਮ ਦਾ ਸਕੂਲ ਹੈ। ਧਰਮ ਕੀ ਹੈ? 3 ਚੀਜ਼ਾਂ ਨੇ, ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ, ਇਹ 3 ਚੀਜ਼ਾਂ ਨੇ ਨਾ। ਕਿਰਤ ਕਰਨੀ ਹੈ ਤੇ ਜੋ ਕਿਰਤ ਕਰਕੇ ਜੋ ਹਾਸਲ ਹੋਇਆ ਉਹਨੂੰ ਵੰਡ ਛਕਣਾ, ਵੰਡ ਕੇ ਛਕਣਾ, ਨਾਮ ਜਪਣਾ, ਪ੍ਰਮਾਤਮਾ ਵਾਹਿਗੁਰੂ ਦੀ ਬੰਦਗੀ ਕਰਨੀ, ਇਹ 3 ਚੀਜ਼ਾਂ ਨੇ। ਇਹ ਤਿੰਨੋਂ ਹੀ ਚੀਜ਼ਾਂ ਸਾਨੂੰ ਗ੍ਰਸਤ ਜੀਵਨ ਵਿੱਚੋਂ ਮਿਲ ਜਾਂਦੀਆਂ ਨੇ। ਤੇ ਜਿਹੜਾ ਗ੍ਰਸਤੀ ਜੀਵਨ ਤੋਂ ਟੁੱਟਦਾ ਹੈ, ਸਭ ਤੋਂ ਪਹਿਲਾਂ ਤੇ ਉਹ ਕਿਰਤ ਤੋਂ ਟੁੱਟਦਾ ਹੈ। ਗੁਰਬਾਣੀ ਕਹਿੰਦੀ ਹੈ ਨਾ, ਮਕਟੂ ਹੋਏ ਕੇ ਕੰਨ ਪੜਾਏ। ਜਿਹੜਾ ਗ੍ਰਸਤੀ ਜੀਵਨ ਨੂੰ ਛੱਡ ਕੇ
ਸੋਚੇ ਕਿ ਜੀ ਮੈਂ ਬਾਹਰ ਜਾ ਕੇ ਯੋਗੀਆਂ ਦੇ ਜੀਵਨ ਨੂੰ ਬਤੀਤ ਕਰਾਂ, ਉਹ ਭਗਵਾ ਭੇਖ ਬਣਾ ਲਵਾਂ ਆਪਣਾ, ਉਸ ਤਰੀਕੇ ਦੇ ਨਾਲ ਆਪਣਾ ਜੀਵਨ ਬਤੀਤ ਕਰਾਂ। ਤੇ ਕਹਿੰਦੇ ਪਹਿਲਾਂ ਤੇ ਕਿਰਤ ਤੋਂ ਟੁੱਟਦਾ, ਆਪ ਕਿਰਤ ਕਰਦਾ ਨਹੀਂ, ਦੂਜੇ ਦੇ ਕੰਮ ਤੇ ਆਸ ਰੱਖਦਾ, ਮਕਟੂ ਹੋਏ ਕੇ ਕੰਨ ਪੜਾਏ। ਉਹਦੀ ਹਾਲਤ ਇਹ ਬਣ ਜਾਂਦੀ ਹੈ, ਘਰ ਘਰ ਮੰਗੇ ਭੀਖਿਆ ਜਾਏ। ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਨਾ ਕਹਿੰਦੇ ਜਿਸ ਵੇਲੇ ਗੁਰਗੱਦੀ ਦੇ ਦਿੱਤੀ ਗਈ ਹੈ ਭਾਈ ਲਹਿਣਾ ਜੀ ਨੂੰ, ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ, ਤੇ ਆਪ ਉਹਨਾਂ ਨੇ ਉਦਾਸੀ ਦਾ ਚੋਲਾ ਤਿਆਗ ਦਿੱਤਾ ਸੀ ਤੇ ਆਮ ਗ੍ਰਸਤ ਜੀਵਨ ਬਤੀਤ ਕਰਨ ਲੱਗ ਗਏ ਸਨ। ਆਮ ਸਾਦੇ ਕੱਪੜੇ ਜੋ ਆਪਾਂ ਪਾਉਂਦੇ ਹਾਂ ਉਸ ਤਰੀਕੇ ਦੇ ਨਾਲ ਉਹਨਾਂ ਨੇ ਕੱਪੜੇ ਪਾਏ, ਆਮ ਸਾਧਾਰਨ ਜੀਵਨ ਬਤੀਤ ਕਰਨ ਲੱਗੇ। ਤੇ ਉਦੋਂ ਜੋਗੀ ਭੰਗਰਨਾਥ ਆ ਗਿਆ ਤੇ ਜੋ ਸਵਾਲ ਜਵਾਬ ਹੋਏ ਨੇ, ਐਸਾ ਭਾਈ ਗੁਰਦਾਸ ਸਾਹਿਬ ਜੀ ਨੇ ਬਾਣੀ ਦੇ ਉਚਾਰਨ ਕੀਤਾ ਹੈ। ਕਹਿਣ ਲੱਗੇ ਪੁੱਛੇ ਜੋਗੀ ਭੰਗਰਨਾਥ ਤੋਂ ਇਹ ਦੁੱਧ ਵਿੱਚ ਕਿਉਂ ਕਾਂਜੀ ਪਾਈ? ਜੋਗੀ ਭੰਗਰਨਾਥ ਨੇ ਸਵਾਲ ਕੀਤਾ ਕਿ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ, ਤੁਹਾਡਾ ਜੀਵਨ ਦੁੱਧ ਵਾਂਗ ਸੀ, ਇੱਕ ਚਿੱਟੇ ਦੁੱਧ ਵਾਂਗ, ਬਾਣੀ ਦਾ ਪ੍ਰਚਾਰ ਕਰਨਾ, ਆਪਣੇ ਪਰਿਵਾਰ ਨੂੰ ਛੱਡ ਕੇ ਤੁਸੀਂ ਚਲੇ ਗਏ ਸੀ, ਕਿੰਨੇ ਲੋਕਾਂ ਨੂੰ ਪਰਮਾਤਮਾ ਦੀ ਬੰਦਗੀ ਦੇ ਨਾਲ ਜੋੜਿਆ, ਗੁਰਬਾਣੀ ਦੇ ਨਾਲ ਜੋੜਿਆ, ਉਹ ਭਰਮ ਭੁਲੇਖੇ ਕੱਢੇ ਨੇ। ਤੇ ਫਿਰ ਤੁਸੀਂ ਉਦਾਸੀ ਦਾ ਚੋਲਾ ਤਿਆਗ ਕੇ ਆਮ ਸਾਧਾਰਨ ਜੀਵਨ ਬਤੀਤ ਕਰਨ ਲੱਗ ਗਏ ਹੋ। ਇਹ ਤਾਂ ਇਉਂ ਜਾਣੋ ਕਿਸੇ ਨੇ ਦੁੱਧ ਦੇ ਵਿੱਚ ਕਾਂਜੀ ਪਾ ਦਿੱਤੀ ਹੈ। ਪੁੱਛੇ ਜੋਗੀ ਭੰਗਰਨਾਥ ਤੋ ਦੁੱਧ ਵਿੱਚ ਕਿਉਂ ਕਾਂਜੀ ਪਾਈ? ਫਿੱਟਿਆ ਚਾਟਾ ਦੁੱਧ ਦਾ, ਰੜਕਿਆ ਮੱਖਣ ਹੱਥ ਨਾ ਆਈ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਹੋਏ ਅਤੀਤ ਗ੍ਰਸਤ ਤਜ, ਫਿਰ ਉਨੀ ਕੇ ਗ੍ਰਹਿ ਮੰਗਣ ਜਾਏ। ਕਹਿਣ ਲੱਗੇ ਜੋਗੀ ਤੂੰ ਸੰਨਿਆਸੀ ਹੋਇਆ, ਤੂੰ ਗ੍ਰਸਤ ਜੀਵਨ ਨੂੰ ਤਿਆਗ ਕੇ ਤੂੰ ਸੋਚਦਾ ਹੈ ਕਿ ਮੈਂ ਪ੍ਰਮਾਤਮਾ ਨੂੰ ਪਾ ਲਵਾਂਗਾ। ਉਸ ਗ੍ਰਸਤੀ ਜੀਵਨ ਨੂੰ ਛੱਡ ਕੇ ਤੂੰ ਚਲਾ ਗਿਆ, ਜੰਗਲਾਂ ਦੇ ਵਿੱਚ ਭਟਕਦਾ ਰਿਹਾ, ਪਰ ਜਦ ਤੈਨੂੰ ਕੱਪੜੇ ਦੀ ਲੋੜ ਪਈ, ਜਦ ਤੈਨੂੰ ਭੋਜਨ ਦੀ ਲੋੜ ਪਈ, ਫਿਰ ਤੂੰ ਉਹਨਾਂ ਹੀ ਗ੍ਰਸਤੀ ਜੀਵਨ ਦੇ ਸਾਹਮਣੇ ਆ ਕੇ ਭਿਖਾਰੀ ਬਣ ਕੇ, ਮੰਗਤਾ ਬਣ ਕੇ ਖਲੋ ਗਿਆ। ਮੈਨੂੰ ਦੱਸ, ਮੰਗਤਾ ਵੱਡਾ ਹੁੰਦਾ ਜਾਂ ਦਾਤਾ ਵੱਡਾ ਹੁੰਦਾ? ਗ੍ਰਸਤੀ ਜੀਵਨ ਵਾਲਾ ਤੇਰਾ ਦਾਤਾ ਬਣਿਆ, ਤੂੰ ਉਹਨਾਂ ਦਾ ਮੰਗਤਾ ਬਣਿਆ ਹੋਇਆ। ਯਾਦ ਰੱਖਣਾ ਸਤ ਸੰਗਤ ਜੀ, ਪਰਮਾਤਮਾ ਨੂੰ ਜੇ ਹਾਸਲ ਕਰਨਾ ਹੈ, ਜੇ ਸਹੀ ਮਾਇਨਿਆਂ ਦੇ ਵਿੱਚ ਧਰਮ ਨੂੰ ਕਮਾਉਣਾ ਹੈ, ਤੇ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਹੀ ਅਸੀਂ ਕਮਾ ਸਕਦੇ ਹਾਂ। ਜਿਨ੍ਹਾਂ ਨੇ ਸਮਝ ਲਿਆ ਉਹਨਾਂ ਨੂੰ ਗੱਲ ਪੱਲੇ ਪੈ ਗਈ ਆ। ਨਹੀਂ ਤਾਂ ਕਈਆਂ ਨੇ ਭੇਖ ਧਾਰਨ ਕੀਤੇ ਨੇ। ਕਹਿ ਦਿੱਤਾ ਗਿਆ ਨਾ, ਬਨ ਬਨ ਖੋਜਤ ਫਿਰਤ ਬੈਰਾਗੀ, ਬਿਰਲੇ ਕਾਹੂ ਏਕ ਲਿਵ ਲਾਗੀ। ਕੋਈ ਵਿਰਲਾ ਹੀ ਹੈ ਜੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਿਆ। ਜਿਨ ਹਰ ਪਾਇਆ ਸੇ ਵਡਭਾਗੀ, ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਹਾਸਲ ਕਰ ਲਿਆ, ਵੱਡੇ ਭਾਗਾਂ ਵਾਲੇ ਨੇ। ਕਿਉਂਕਿ ਪ੍ਰਮਾਤਮਾ ਬਹੁਤ ਉੱਚਾ ਹੈ, ਬਹੁਤ ਵਿਸ਼ਾਲ ਹੈ, ਬਹੁਤ ਵੱਡਾ ਹੈ। ਉਹਦੀ ਤਾਕਤ ਦਾ ਅੰਦਾਜ਼ਾ ਵੀ ਅਸੀਂ ਨਹੀਂ ਲਗਾ ਸਕਦੇ। ਉਹ ਤੇ ਐਸਾ ਹੈ ਨਾ, ਜਿਸ ਤਰ੍ਹਾਂ ਗੁਰਬਾਣੀ ਕਹਿੰਦੀ ਹੈ, ਕਹਿੰਦੀ ਉਹਦੀ ਤਾਕਤ ਕਿੰਨੀ ਆ। ਸ਼ੀਹਾਂ ਬਾਜਾ ਚਰਗਾ ਕੋਈਆਂ, ਤਿਨਾ ਖਵਾਲੇ ਘਾਹ, ਘਾਹ ਖਾਣ ਤੇਰਾ ਮਾਸ ਖਵਾਲੇ, ਇਹ ਚਲਾਏ ਰਾ। ਨਦੀਆਂ ਦੇ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾ, ਜਲ ਤੇ ਥਲ ਕਰ ਥਲ ਤੇ ਕੂਮਾ, ਕੂਪ ਤੇ ਮੇੜ ਕਰਾਵੇ। ਧਰਤੀ ਤੇ ਆਕਾਸ਼ ਚਰਾਵੇ, ਚੜਿਆ ਆਕਾਸ਼ ਗਿਰਾਵੇ। ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ। ਇੰਨਾ ਵੱਡਾ ਹੈ ਉਹ, ਜੇ ਚਾਵੇ ਇੱਕ ਮੂਰਖ ਨੂੰ ਪੰਡਿਤ, ਪੰਡਿਤ ਨੂੰ ਮੂਰਖ ਬਣਾ ਸਕਦਾ ਹੈ। ਇੱਕ ਭਿਖਾਰੀ ਨੂੰ ਰਾਜਾ, ਰਾਜਾ ਨੂੰ ਭਿਖਾਰੀ ਬਣਾ ਸਕਦਾ ਹੈ ਜੇ ਉਹ ਚਾਹਵੇ। ਨਦੀਆਂ ਵਿੱਚ ਟਿੱਬੇ ਦੇ ਖਾਲੇ, ਕਹਿੰਦੇ ਨਦੀਆਂ ਦੇ ਵਿੱਚ ਵੀ ਉਹ ਟਿੱਬੇ ਦਿਖਾ ਸਕਦਾ ਹੈ। ਥਲੀ ਕਰੇ ਅਸਗਾ, ਜੇ ਉਹ ਚਾਹਵੇ। ਜਿਹੜੇ ਮਾਂਸ ਖਾਣ ਵਾਲੇ ਨੇ ਉਹਨਾਂ ਨੂੰ ਘਾਹ ਖਵਾ ਸਕਦਾ ਹੈ, ਜਿਹੜੇ ਘਾਹ ਖਾਣ ਵਾਲੇ ਨੇ ਉਹਨਾਂ ਨੂੰ ਮਾਂਸ ਖਵਾ ਸਕਦਾ ਹੈ। ਉਹਦੇ ਹੱਥ ਦੀ ਗੱਲ ਹੈ। ਤੇ ਜੋ ਸਾਰਿਆਂ ਨੂੰ ਪਾਲ ਰਿਹਾ ਹੈ, ਜੋ ਹਰ ਥਾਂ ਤੇ ਮੌਜੂਦ ਹੈ, ਜ਼ਰਰੇ ਜ਼ਰਰੇ ਦੇ ਵਿੱਚ ਹੈ, ਉਹ
ਉਹ ਤੈਨੂੰ ਕਿਸ ਨੇ ਕਹਿ ਦਿੱਤਾ ਕਿ ਗ੍ਰਸਤੀ ਜੀਵਨ ਨੂੰ ਛੱਡ ਕੇ ਹੀ ਅਸੀਂ ਜੇ ਕਿਤੇ ਪਹਾੜਾਂ ਤੇ ਚਲੇ ਗਏ ਇਕੱਲੇ ਉੱਥੇ ਜੀਵਨ ਜਾ ਕੇ ਬਤੀਤ ਕੀਤਾ ਤੇ ਉੱਥੇ ਹੀ ਪ੍ਰਮਾਤਮਾ ਮਿਲੇਗਾ? ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ ਕਿ ਕਈਆਂ ਨੇ ਤੁਸੀਂ ਵੇਖੋ ਇਹੋ ਜਿਹੇ ਧਰਮ ਸਥਾਨ ਤਿਆਰ ਕਰਕੇ ਤੇ ਕਹਿ ਦਿੱਤਾ ਸੀ ਪ੍ਰਮਾਤਮਾ ਇੱਥੇ ਵਸਦਾ ਹੈ, ਤੁਸੀਂ ਇੱਥੇ ਆ ਜਾਓ। ਤੇ ਲੋਕ ਤੁਰੇ ਸੀ, ਤੇ ਜਦ ਲੋਕ ਤੁਰੇ ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਨੂੰ ਵੇਖ ਕੇ ਮੈਂ ਵੀ ਤੁਰ ਪਿਆ, ਸੋਚਿਆ ਕਿ ਪ੍ਰਮਾਤਮਾ ਨੂੰ ਮਿਲਾਂ। ਹੁਣ ਇੱਕ ਸਿੱਖਿਆ ਦੇਣੀ ਸੀ ਸਾਨੂੰ। ਕਹਿੰਦੇ ਉਹਨਾਂ ਲੋਕਾਂ ਨੂੰ ਵੇਖ ਕੇ ਮੈਂ ਵੀ ਤੁਰਿਆ ਤੇ ਹਰ ਇੱਕ ਟਿਕਾਣੇ ਤੇ ਗਿਆ, ਹਰ ਇੱਕ ਟਿਕਾਣੇ ਤੇ ਗਿਆ, ਕੇਵਲ ਨਿਰਾਸ਼ਤਾ ਹੀ ਹਾਸਲ ਹੋਈ, ਪ੍ਰਮਾਤਮਾ ਤੂੰ ਨਹੀਂ ਟਿਕਿਆ ਮਿਲਿਆ। ਪਰ ਲੋਕਾਂ ਨੂੰ ਸਮਝਾਉਣ ਦੇ ਲਈ ਇੱਥੇ ਤੱਕ ਕਹਿ ਦਿੱਤਾ, ਕਹਿੰਦੇ ਮੇਰੇ ਨਾਲ ਤੇ ਬੜੀ ਅਜੀਬ ਘਟਨਾ ਵਾਪਰ ਗਈ। ਹਜ ਕਾਬੇ ਹੋਂ ਜਾਏ ਥਾ, ਆਗੇ ਮਿਲਿਆ ਖੁਦਾ। ਕਹਿੰਦੇ ਉਹਨਾਂ ਲੋਕਾਂ ਨੂੰ ਵੇਖ ਕੇ ਮੈਂ ਹਜ ਕਾਬੇ ਵਿੱਚ ਚਲਾ ਗਿਆ, ਉੱਥੇ ਤੁਰਿਆ, ਰਸਤੇ ਦੇ ਵਿੱਚ ਹੀ ਹੋਇਆ ਕਿ ਪ੍ਰਮਾਤਮਾ ਮੈਨੂੰ ਮਿਲ ਪਿਆ, ਤੇ ਸਗੋਂ ਉਹ ਮੇਰੇ ਨਾਲ ਲੜ ਪਿਆ। ਹਜ ਕਾਬੇ ਹੋਂ ਜਾਏ ਥਾ, ਆਗੇ ਮਿਲਿਆ ਖੁਦਾਏ। ਸਾਈਂ ਮੁਝਸੇ ਲੜ ਪੜਿਆ, ਤੁਝ ਕਿਨ ਫਰਮਾਈ ਗਾਏ। ਤੈਨੂੰ ਕਿਸ ਨੇ ਕਹਿ ਦਿੱਤਾ ਕਿ ਮੈਂ ਫਲਾਣੀ ਜਗ੍ਹਾ ਤੇ ਹੀ ਮੌਜੂਦ ਹਾਂ? ਮੈਂ ਤੇ ਹਰ ਥਾਂ ਤੇ ਹਾਂ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਪਰ ਗੱਲ ਤੇ ਤਾਂ ਬਣੇਗੀ ਸਿਮਰ ਸਿਮਰ ਤੇ ਸਦਾ ਸੰਭਾਲੇ। ਕਮੀ ਤੇ ਸਾਡੀ ਹੈ ਕਿ ਅਸੀਂ ਨਹੀਂ ਸਿਮਰਦੇ, ਅਸੀਂ ਯਾਦ ਨਹੀਂ ਕਰਦੇ। ਪ੍ਰਮਾਤਮਾ ਸਾਡੇ ਨਾਲ ਹੀ ਹੈ, ਕਦਮ ਕਦਮ ਤੇ ਸਾਡੀ ਰੱਖਿਆ ਕਰ ਰਿਹਾ ਹੈ, ਪਰ ਗੱਲ ਤੇ ਸਾਡੀ ਹੈ ਕਿ ਅਸੀਂ ਪ੍ਰਮਾਤਮਾ ਨੂੰ ਕਿੰਨਾ ਕੁ ਯਾਦ ਕਰਦੇ ਹਾਂ, ਅਸੀਂ ਪ੍ਰਮਾਤਮਾ ਦੀ ਬੰਦਗੀ ਦੇ ਨਾਲ ਕਿੰਨਾ ਕੁ ਜੁੜ ਜਾਂਦੇ ਹਾਂ। ਕਿਉਂਕਿ ਤਾਂ ਕਿ ਸ਼ਰਨ ਜਿਨ ਬਿਸਰਤ ਨਾਹੀਂ, ਕਹਿ ਦਿੱਤਾ ਗਿਆ ਵਡਭਾਗੀ ਹਰ ਸੰਤ ਮਿਲਾਹੀ। ਕਹਿੰਦੇ ਜੇ ਕਿਤੇ ਤਾਂ ਕਿ ਸ਼ਰਨ ਜਿਨ ਬਿਸਰਤ ਨਾਹੀਂ, ਵਡਭਾਗੀ ਉਹੀ ਨੇ ਜੇ ਸ਼ਰਨ ਦੇ ਵਿੱਚ ਆ ਜਾਣ, ਜਿਨ੍ਹਾਂ ਉੱਤੇ ਕਿਰਪਾ ਹੋ ਜਾਵੇ। ਹਰ ਸੰਤ ਮਿਲਾਹੀ, ਵੱਡੇ ਭਾਗਾਂ ਦੇ ਨਾਲ ਹੀ ਹੈ ਉਹ ਸੰਤ ਮਿਲਾ ਸਕਦੇ ਨੇ, ਗੁਰੂ ਸਾਧੂ ਮਿਲਾ ਸਕਦੇ ਨੇ। ਜਨਮ ਮਰਨ ਤੇ ਮੂਲੇ ਨਾਹੀਂ, ਗੁਰੂ ਕੋਲ ਆ ਜਾਈਏ, ਗੁਰੂ ਦੀ ਸ਼ਰਨ ਦੇ ਵਿੱਚ ਆ ਜਾਈਏ, ਗੁਰੂ ਦੀ ਸਿੱਖਿਆ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰੀਏ, ਤਾਂ ਹੀ ਸਾਡੇ ਜੀਵਨ ਦਾ ਵੀ ਪਾਰ ਉਤਾਰਾ ਹੋ ਸਕਦਾ ਹੈ, ਤਾਂ ਹੀ ਜਨਮ ਮਰਨ ਦੇ ਗੇੜ ਵਿੱਚੋਂ ਵੀ ਅਸੀਂ ਬਚ ਸਕਦੇ ਹਾਂ। ਇਹ ਸਭ ਕੁਝ ਹੀ ਸਾਨੂੰ ਪਤਾ ਲੱਗੇਗਾ ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆ ਜਾਵਾਂਗੇ। ਕਿਉਂਕਿ ਮੈਂ ਅਕਸਰ ਫਿਰ ਇਹੀ ਕਹਿੰਦਾ ਕਿ ਦੁਨੀਆ ਦਾ ਕੋਈ ਐਸਾ ਸਵਾਲ ਨਹੀਂ ਜਿਹਦਾ ਜਵਾਬ ਅਸੀਂ ਨਹੀਂ ਲੈ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ। ਕੋਈ ਵੀ ਐਸਾ ਸਵਾਲ ਹੋਵੇ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇੱਕ ਜਗ੍ਹਾ ਨਾ ਬੜੀ ਤਰੀਕੇ ਦੇ ਨਾਲ ਕਹਿ ਦਿੱਤਾ, ਕਹਿੰਦੇ ਗੁਰੂ ਕੇ ਸਿੱਖਾ ਜੇ ਤੂੰ ਧਰਮ ਕਮਾਉਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਰ ਇੱਕ ਚੀਜ਼ ਸਾਨੂੰ ਦੱਸੀ ਗਈ ਹੈ, ਐਗਜ਼ਾਮਪਲ ਦੇ ਕੇ, ਉਦਾਹਰਣ ਦੇ ਕੇ ਦੱਸਿਆ ਗਿਆ, ਤੇ ਹਰ ਇੱਕ ਚੀਜ਼ ਦੀ ਸ੍ਰੇਸ਼ਟਤਾ ਮੰਨੀ ਗਈ ਹੈ। ਗ੍ਰਸਤੀ ਜੀਵਨ ਕੀ ਹੈ? ਗ੍ਰਸਤੀ ਜੀਵਨ ਧਰਮ ਕਿਸ ਤਰ੍ਹਾਂ ਹੈ? ਸਾਧ ਸੰਗਤ ਜੀ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੈਸੇ ਸਰ ਸਰਤਾ ਸਕਲ ਮੈਂ ਸਮੁੰਦ ਬਡੋ। ਜਿਸ ਤਰ੍ਹਾਂ ਨਾ ਨਦੀਆਂ ਤਾਲਾਬਾਂ ਤੋਂ ਸਭ ਤੋਂ ਵੱਡਾ ਸਮੁੰਦਰ ਹੁੰਦਾ ਹੈ, ਮੇਰ ਮੇ ਸੁਮੇਰ ਬਡੋ, ਪਹਾੜਾਂ ਵਿੱਚੋਂ ਸੁਮੇਰ ਪਰਬਤ ਸਭ ਤੋਂ ਉੱਚਾ ਹੈ। ਤਰਵਰ ਵਿਖੇ ਚੰਦਨ ਬਿਰਖ ਬਡੋ, ਧਾਤ ਮੈਂ ਕਨਕ ਅਤ ਉੱਤਮ ਕੈ ਮਾਨ ਹੈ। ਜੰਗਲਾਂ ਦੇ ਵਿੱਚ ਚੰਦਨ ਦਾ ਬੂਟਾ ਉਹ ਸ੍ਰੇਸ਼ਟ ਮੰਨਿਆ ਜਾਂਦਾ ਹੈ। ਧਾਤਾਂ ਵਿੱਚੋਂ ਜਿਹੜਾ ਸੋਨਾ ਹੈ ਉਹ ਸਭ ਤੋਂ ਕੀਮਤੀ ਮੰਨਿਆ ਜਾਂਦਾ, ਚੰਗਾ ਮੰਨਿਆ ਜਾਂਦਾ। ਪੰਛੀਆਂ ਮੈਂ ਹੰਸ, ਮ੍ਰਿਗਰਾਜਨ ਮੈਂ ਸਾਰਦੂਲ। ਪੰਛੀਆਂ ਦੇ ਵਿੱਚੋਂ ਹੰਸ ਜੋ ਹੈ ਉਹ ਸ੍ਰੇਸ਼ਟ ਹੈ, ਤੇ ਜੰਗਲ ਦੇ ਵਿੱਚ ਜਿਹੜਾ ਸ਼ੇਰ ਹੁੰਦਾ ਹੈ ਉਹਨੂੰ ਸਭ ਤੋਂ ਸ੍ਰੇਸ਼ਟ ਮੰਨਿਆ ਗਿਆ। ਤੇ ਹਰ ਇੱਕ ਚੀਜ਼ ਦੀ ਜੋ ਸ੍ਰੇਸ਼ਟਤਾ ਹੁੰਦੀ ਹੈ ਉਹ ਐਗਜ਼ਾਮਪਲ, ਉਹ ਉਦਾਹਰਣ ਸਾਨੂੰ ਦਿੱਤੀ ਗਈ ਹੈ। ਰਾਗਨ ਮੈਂ ਸ਼੍ਰੀ ਰਾਗ, ਪਾਰਸ ਪਖਾਨੇ ਰਾਗਾਂ ਵਿੱਚੋਂ ਸ਼੍ਰੀ ਰਾਗ ਜੋ ਹੈ ਉਹ ਸਭ ਤੋਂ ਸ੍ਰੇਸ਼ਟ ਹੈ,
ਸਭ ਤੋਂ ਪਹਿਲਾਂ ਹੈ। ਤੇ ਬਿਲਕੁਲ ਇਸੇ ਤਰ੍ਹਾਂ ਕਹਿੰਦੇ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਸਾਰੇ ਧਰਮਾਂ ਵਿੱਚੋਂ ਗ੍ਰਸਤੀ ਜੀਵਨ ਪ੍ਰਧਾਨ ਹੈ। ਗ੍ਰਸਤੀ ਜੀਵਨ ਪ੍ਰਧਾਨ ਕਿਸ ਤਰ੍ਹਾਂ ਹੈ? ਥੋੜਾ ਜਿਹੀ ਵਿਚਾਰ ਕਰਕੇ ਅੱਗੇ ਤੁਰਾਂ। ਗ੍ਰਸਤੀ ਜੀਵਨ ਦੇ ਵਿੱਚ ਧਰਮ ਸਾਨੂੰ ਕਿਸ ਤਰ੍ਹਾਂ ਮਿਲ ਸਕਦਾ ਹੈ? ਤੁਸੀਂ ਵੇਖੋ, ਘਰ ਦਾ ਪਤੀ ਵੀ ਹੈ ਨਾ, ਮਾਲਕ ਹੈ, ਘਰ ਦਾ ਮਾਲਕ ਜਾਂਦਾ ਹੈ ਬਾਹਰ, ਮਿਹਨਤ ਕਰਦਾ, ਮਸ਼ੱਕਤ ਕਰਦਾ ਹੈ, ਸਾਰੀ ਦਿਹਾੜੀ ਮਿਹਨਤ ਮਜ਼ਦੂਰੀ ਕਰਕੇ ਉਸ ਤੋਂ ਬਾਅਦ ਉਹਦੇ ਬਦਲੇ ਦੇ ਵਿੱਚ ਜੋ ਕੁਝ ਉਹਨੂੰ ਮਿਲਦਾ, ਉਹਨੂੰ ਸੈਲਰੀ ਮਿਲਦੀ ਹੈ ਜਾਂ ਕੁਝ ਵੀ ਮਿਲਦਾ ਹੈ, ਹੱਥ ਦੇ ਵਿੱਚ ਪੈਸੇ ਆਉਂਦੇ ਨੇ, ਤੇ ਉਹਦੇ ਵਿੱਚ ਇਹ ਨਹੀਂ ਸੋਚਦਾ ਕਿ ਮੈਂ ਮਿਹਨਤ ਕੀਤੀ ਹੈ, ਮੈਂ ਆਪਣੇ ਲਈ ਕੁਝ ਖਰੀਦ ਲਿਆ। ਨਹੀਂ, ਉਹ ਸੋਚਦਾ ਕਿ ਪਹਿਲਾਂ ਬੱਚਿਆਂ ਦੇ ਲਈ ਕੋਈ ਖਿਡੌਣਾ ਖਰੀਦਣਾ, ਉਹਨਾਂ ਲਈ ਕੋਈ ਚੀਜ਼ ਲੈ ਕੇ ਜਾਣੀ ਹੈ। ਘਰ ਪਤਨੀ ਬੈਠੀ ਹੈ, ਉਹਦੇ ਲਈ ਕੋਈ ਕੱਪੜਾ ਲੈ ਕੇ ਜਾਣਾ, ਕੋਈ ਸੂਟ ਲੈ ਕੇ ਜਾਣਾ। ਕਿਰਤ ਕਰਨੀ, ਪਹਿਲਾਂ ਕਿਰਤ ਕਰਨੀ, ਫਿਰ ਵਣ ਚੱਕਣ ਵਾਲੀ ਗੱਲ ਇੱਥੇ ਆਉਂਦੀ ਹੈ। ਘਰ ਦੀ ਇਸਤਰੀ ਜੋ ਹੈ, ਘਰ ਦੀ ਇਸਤਰੀ ਪਹਿਲਾਂ ਸਾਰਾ ਕੰਮ ਕਰਦੀ ਹੈ ਘਰ ਦਾ, ਉਸ ਤੋਂ ਬਾਅਦ ਭੋਜਨ ਤਿਆਰ ਕਰਦੀ ਹੈ। ਹੁਣ ਭੋਜਨ ਤਿਆਰ ਕਰਨ ਵਾਲੀ ਦੇ ਮਨ ਦੇ ਵਿੱਚ ਇਹ ਨਹੀਂ ਆਇਆ ਕਿ ਭੋਜਨ ਤੇ ਮੈਂ ਤਿਆਰ ਕੀਤਾ, ਪਹਿਲਾਂ ਮੈਂ ਖਾ ਲਿਆ। ਨਹੀਂ, ਇੰਤਜ਼ਾਰ ਕਰਦੀ ਹੈ, ਉਡੀਕ ਕਰਦੀ ਹੈ ਕਿ ਘਰ ਦਾ ਮਾਲਕ ਆਵੇਗਾ, ਪਹਿਲਾਂ ਉਹ ਛਕੇਗਾ, ਉਸ ਤੋਂ ਬਾਅਦ ਮੈਂ ਛਕਾਂਗੀ। ਉਹ ਵਣ ਛਕਣ ਵਾਲੀਆਂ ਗੱਲਾਂ ਇੱਥੋਂ ਸ਼ੁਰੂ ਹੁੰਦੀਆਂ ਨੇ। ਮਤਾ ਕਿਤੇ ਸਮਝ ਲਿਓ, ਅਜੋਕੇ ਸਮੇਂ ਦੇ ਵਿੱਚ ਬੜੇ ਖੂਬਸੂਰਤ ਜਵਾਬ ਵੀ ਮਿਲ ਜਾਂਦੇ ਨੇ ਕਿ ਜੀ ਉਹ ਪਤੀ ਵੀ ਤੇ ਹਸਬੈਂਡ ਵੀ ਤੇ ਅੱਜ ਕੱਲ੍ਹ ਬਾਹਰ ਹੀ ਜਾ ਕੇ ਖਾ ਕੇ ਆ ਜਾਂਦੇ ਨੇ, ਤੇ ਅਸੀਂ ਜੇ ਪਹਿਲਾਂ ਖਾ ਲਿਆ ਤੇ ਕੀ ਹੋ ਗਿਆ? ਰਿਸਪੌਂਸਿਬਿਲਿਟੀਜ਼ ਕੀ ਨੇ, ਜ਼ਿੰਮੇਦਾਰੀਆਂ ਕੀ ਨੇ? ਸਤ ਸੰਗਤ ਜੀ, ਇਹ ਸਮਝਣਾ ਪੈਣਾ ਹੈ। ਧਰਮ ਸਾਨੂੰ ਰਿਸਪੌਂਸਿਬਿਲਿਟੀ ਦੇ ਨਾਲ ਜਾਣੂ ਕਰਵਾਉਂਦਾ ਹੈ। ਕਿਰਤ ਕਰਨਾ, ਵੰਡ ਛਕਣਾ ਇੱਥੋਂ ਆਰੰਭ ਹੁੰਦਾ ਹੈ। ਜੇ ਕਿਤੇ 2-4 ਦਿਨ ਤੱਕ ਘਰ ਦੀ ਇਸਤਰੀ ਜੇ ਇੰਤਜ਼ਾਰ ਕਰੇ ਪਤੀ ਦੇ ਲਈ, ਭੋਜਨ ਤਿਆਰ ਕਰਕੇ ਖਾਣਾ ਬਣਾ ਕੇ ਬੈਠੇ ਇੰਤਜ਼ਾਰ ਕਰੇ 2-4 ਦਿਨ, ਤੇ ਪਤੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਵਾਕਈ ਜੇ ਕਿਤੇ ਬਾਹਰ ਜਾ ਵੀ ਰਿਹਾ ਨਾ ਦੋਸਤਾਂ ਮਿੱਤਰਾਂ ਦੇ ਨਾਲ, ਤੇ ਉਹਨੂੰ ਅਹਿਸਾਸ ਹੋਵੇਗਾ ਕਿ ਹਾਂ, ਮੇਰਾ ਘਰ ਦੇ ਵਿੱਚ ਕੋਈ ਇੰਤਜ਼ਾਰ ਕਰ ਰਿਹਾ ਹੈ, ਕੋਈ ਭੁੱਖਾ ਬੈਠਾ ਹੈ ਮੇਰੇ ਲਈ, ਤੇ ਉਹਨੂੰ ਵੀ ਇੱਕ ਮਜਬੂਰੀ ਹੋ ਜਾਵੇਗੀ। ਇਹ ਰਿਸਪੌਂਸਿਬਿਲਿਟੀ ਫਿਰ ਉਹਨੂੰ ਪਿੱਛੇ ਖਿੱਚੇਗੀ। ਵਣ ਚੱਕਣ ਦੀਆਂ ਗੱਲਾਂ ਇੱਥੋਂ ਸ਼ੁਰੂ ਹੁੰਦੀਆਂ ਨੇ। ਇੱਕ ਦੂਜੇ ਦੇ ਪ੍ਰਤੀ ਜ਼ਿੰਮੇਦਾਰੀ ਦਾ ਅਹਿਸਾਸ ਉਦੋਂ ਹੁੰਦਾ ਹੈ। ਬੱਚਿਆਂ ਦੇ ਬਾਰੇ ਅਸੀਂ ਕਹਿੰਦੇ ਹਾਂ ਕਿ ਬੱਚੇ ਜੋ ਨੇ ਪਰਮਾਤਮਾ ਵਾਹਿਗੁਰੂ ਦੀ ਦੇਣ ਹੈ, ਮਿੱਠੇ ਮੇਵੇ ਨੇ, ਪਰ ਬੱਚੇ ਜੋ ਨੇ ਉਹਨਾਂ ਨੂੰ ਵੀ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ। ਅੱਜ ਸੁਭਾਅ ਨਹੀਂ ਰਹੇ। ਮੈਂ ਅਕਸਰ ਬੇਨਤੀ ਕਰਦਾ, ਇੱਕ ਵਾਰੀ ਮੈਂ ਕਿਹਾ ਸੀ ਕਿ ਬੱਚਿਆਂ ਦੇ ਲਈ ਅਸੀਂ ਕਮਾ ਤੇ ਰਹੇ ਹਾਂ, ਧਨ ਦੌਲਤ ਇਕੱਠੀ ਕਰ ਰਹੇ ਹਾਂ, ਮਿਹਨਤ ਕਰ ਰਹੇ ਹਾਂ, ਕਿ ਜੋ ਕੁਝ ਵੀ ਦੇਣਾ ਇਹਨਾਂ ਨੂੰ ਦੇਣਾ, ਪਰ ਬੱਚਿਆਂ ਕੋਲ ਬੈਠਣ ਦਾ ਟਾਈਮ ਨਹੀਂ ਹੁੰਦਾ, ਬੱਚਿਆਂ ਦੇ ਨਾਲ ਟਾਈਮ ਨਹੀਂ ਬਿਤਾਉਂਦੇ, ਤੇ ਹੁੰਦਾ ਕੀ ਆ ਕਿ ਬੱਚੇ ਵੀ ਮਾਂ-ਬਾਪ ਤੋਂ ਦੂਰ ਹੁੰਦੇ ਚਲੇ ਜਾ ਰਹੇ ਨੇ। ਮਾਂ-ਬਾਪ ਤੋਂ ਦੂਰ ਹੋ ਰਹੇ ਨੇ, ਨੌਕਰਾਂ ਦੀ ਗੋਦ ਵਿੱਚ ਪਲਦੇ ਨੇ, ਮੇਡ ਪਾਲਦੀ ਹੈ ਜਾਂ ਨੌਕਰ ਪਾਲਦਾ ਹੈ। ਮਾਂ-ਬਾਪ ਟਾਈਮ ਨਹੀਂ ਦੇ ਪਾ ਰਹੇ ਨੇ, ਤੇ ਉਹ ਸੁਭਾਅ ਨਹੀਂ ਰਹੇ। ਉਹ ਅਹਿਸਾਸ ਮਾਂ-ਬਾਪ ਦੇ ਪ੍ਰਤੀ ਜੋ ਪਿਆਰ ਸਤਿਕਾਰ ਹੋਣਾ ਸੀ ਉਹ ਨਹੀਂ ਰਿਹਾ। ਤੇ ਅੱਜ ਕੋਈ ਜੇ ਘਰ ਜਾਂਦਾ ਵੀ ਹੈ ਨਾ, ਤੇ ਬੱਚਿਆਂ ਨੂੰ ਫਿਰ ਜ਼ਬਰਦਸਤੀ ਕਹਿਣਾ ਪੈਂਦਾ, ਜੀ ਉੱਠ ਫਤਿਹ ਬੁਲਾ, ਉੱਠ ਮਿਲ ਫਤਿਹ ਬੁਲਾ, ਕਹਿਣਾ ਪੈਂਦਾ ਹੈ। ਉਹ ਸੁਭਾਅ ਨਹੀਂ ਰਹੇ। ਪਹਿਲਾਂ ਕੀ ਹੁੰਦਾ ਸੀ ਕਿ ਬੱਚਿਆਂ ਨੇ ਸ਼ਾਮਾਂ ਨੂੰ ਜੇ ਸੌਣ ਜਾਣਾ ਤਾਂ ਅਸੀਸਾਂ ਲੈ ਕੇ ਜਾਣੀਆਂ ਮਾਂ-ਬਾਪ ਦੀਆਂ, ਸਵੇਰੇ ਉੱਠਣਾ ਤੇ ਉੱਠ ਕੇ ਫੇਰ ਫਤਿਹ ਬੁਲਾਉਣੀ। ਪਰ ਹੁਣ ਉਹ ਸੁਭਾਅ ਚੇਂਜ ਹੁੰਦੇ ਜਾ ਰਹੇ ਨੇ। ਗੈਜਟਸ, ਮੋਬਾਈਲ, ਟੈਕਨੋਲੋਜੀ, ਇਹਨਾਂ 'ਚ ਆਪਣੇ ਆਪ ਨੂੰ ਇੰਨਾ ਅਸੀਂ ਬਿਜ਼ੀ ਕਰ ਲਿਆ ਕਿ ਇੱਕੋ ਘਰ ਦੇ ਵਿੱਚ ਰਹਿੰਦਿਆਂ ਹੋਇਆਂ 4-5 ਜੀਅ ਵੀ ਜੋ ਨੇ ਉਹ ਇਕੱਠੇ ਬੈਠ ਕੇ
ਡਾਈਨਿੰਗ ਟੇਬਲ ਤੇ ਇਕੱਠੇ ਡਿਨਰ ਵੀ ਨਹੀਂ ਕਰ ਸਕਦੇ, ਭੋਜਨ ਵੀ ਨਹੀਂ ਛਕ ਸਕਦੇ। ਇੰਨਾ ਇੱਕ ਆਪਣੇ ਆਪ ਨੂੰ ਉਸ ਗੈਜਟ ਦੇ ਵਿੱਚ, ਉਸ ਮੋਬਾਈਲ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਕਰ ਲਿਆ। ਪਿਤਾ ਆਪਣੇ ਰੂਮ ਦੇ ਵਿੱਚ ਹੈ, ਘਰ ਦੀ ਇਸਤਰੀ ਮਾਂ ਆਪਣੇ ਪਤਨੀ ਆਪਣੇ ਕਿਚਨ ਦੇ ਵਿੱਚ ਉਹ ਕੰਮ ਕਰ ਰਹੀ ਹੈ, ਬੱਚੇ ਆਪਣੇ ਆਪਣੇ ਮੋਬਾਈਲ ਨਾਲ ਲੱਗੇ ਹੋਏ ਨੇ। ਸੋ ਕਹਿਣ ਦਾ ਭਾਵ, ਜੇ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਹੀ ਧਰਮ ਨੂੰ ਕਮਾ ਲਈਏ, ਕਿਉਂਕਿ ਧਰਮ ਜੇ ਕਮਾਇਆ ਜਾਵੇਗਾ ਤੇ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਇਹੀ ਸਿੱਖਿਆ ਦਿੱਤੀ ਸੀ ਆਪਣੇ ਪੁੱਤਰ ਨੂੰ, ਪ੍ਰਿਥੀ ਚੰਦ ਨੂੰ, ਕਿ ਕਾਹੇ ਪੂਤ ਝਗਰਤ ਹਉ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ। ਉਸ ਪਿਤਾ ਦੇ ਨਾਲ ਕਿਉਂ ਝਗੜਦਾ ਹੈ ਮੇਰੇ ਬੱਚੇ, ਜਿਸ ਪਿਤਾ ਨੇ ਤੈਨੂੰ ਪਾਲਿਆ ਪੋਸਿਆ, ਆਪਣੀਆਂ ਖਵਾਇਸ਼ਾਂ ਨੂੰ ਮਾਰ ਕੇ ਤੇ ਤੈਨੂੰ ਜ਼ਿੰਦਗੀ ਦੇ ਵਿੱਚ ਤੇਰੀਆਂ ਇੱਛਾਵਾਂ ਨੂੰ ਪੂਰਾ ਕੀਤਾ। ਤੇਰੇ ਮੂੰਹ ਤੋਂ ਨਿਕਲਣ ਵਾਲੀ ਹਰ ਇੱਕ ਚੀਜ਼ ਤੋਂ ਪਹਿਲਾਂ ਹੀ ਤੇਰੇ ਸਾਹਮਣੇ ਉਹ ਚੀਜ਼ ਲਿਆ ਕੇ ਤੈਨੂੰ ਦੇ ਦਿੱਤੀ। ਉਸ ਪਿਤਾ ਨਾਲ ਕਿਉਂ ਝਗੜਦਾ ਹੈ? ਕਾਹੇ ਪੂਤ ਝਗਰਤ ਹਉ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ ਤਿਨਸਿਓ ਝਗਰਤ ਪਾਪ। ਜਿਸ ਤਨ ਕਾ ਤੁਮ ਗਰਭ ਕਰਤ ਹੋ, ਸੋ ਤਨ ਕਿਸੈ ਨਾਤ, ਖਿਨ ਮੈਂ ਛੋੜ ਜਾਏ ਬਕਿਆ ਰਸ, ਤਉ ਲਾਗੋ ਪਛਤਾਪ। ਜੇ ਧਰਮ ਨੂੰ ਕਮਾਉਣਾ ਹੈ ਤੇ ਫਿਰ ਆਪਣੇ ਮਾਂ-ਬਾਪ ਦੀ ਸੇਵਾ ਕਰੋ। ਉਹਨਾਂ ਬੱਚਿਆਂ ਨੂੰ ਕਹਿਣਾ ਚਾਹਾਂਗਾ, ਬਜ਼ੁਰਗ ਜੇ ਫੇਰ ਮੈਂ ਬੇਨਤੀ ਕਰਦੇ ਹਾਂ, ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਗੁਰੂ ਹੋਣ ਦੇ ਬਾਵਜੂਦ ਆਪ ਆਪਣੇ ਹੱਥੀਂ ਲੰਗਰ ਛਕਾਉਂਦੇ ਹੁੰਦੇ ਸਨ, ਮਹਿਤਾ ਕਲਿਆਣ ਦਾਸ ਜੀ ਨੂੰ, ਮਾਤਾ ਤ੍ਰਿਪਤਾ ਜੀ ਨੂੰ। ਤੇ ਫਿਰ ਕੀ ਅਸੀਂ ਨਹੀਂ ਕਰ ਸਕਦੇ ਹਾਂ? ਉਹ ਅਸੀਸਾਂ, ਉਹ ਆਸ਼ੀਰਵਾਦ ਉਦੋਂ ਹੀ ਨਿਕਲ ਸਕਦਾ ਹੈ ਸੱਚੇ ਦਿਲ ਤੋਂ, ਜੇ ਕਿਤੇ ਉਹਨਾਂ ਦੀ ਸੇਵਾ ਕਰ ਲਈਏ। ਤੇ ਮੈਂ ਇਸ ਗੱਲ ਨੂੰ ਸਮਝਦਾ ਹਾਂ ਕਿ ਜਿਹੜੇ ਬੱਚੇ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਹੈ ਨਾ, ਉਹ ਮਾਂ-ਬਾਪ ਨੂੰ ਕਦੀ ਵੀ ਦੁਖੀ ਨਹੀਂ ਕਰੇਗਾ, ਮਾਂ-ਬਾਪ ਦਾ ਵੀ ਓਨਾ ਹੀ ਸਤਿਕਾਰ ਕਰੇਗਾ। ਤੇ ਜਿਹੜੇ ਮਾਂ-ਬਾਪ ਦੀ ਗੱਲ ਨਹੀਂ ਮੰਨਦੇ, ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਮੱਥਾ ਟੇਕ ਲੈਣਗੇ? ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰੂ ਹੀ ਸਾਡੀ ਮਾਤਾ, ਗੁਰੂ ਸਾਡਾ ਪਿਤਾ ਹੈ। ਦੁਨਿਆਵੀ ਮਾਂ-ਬਾਪ ਦੇ ਵਿੱਚ ਕਿਤੇ ਨਾ ਕਿਤੇ ਕੋਈ ਔਗਣ ਹੋ ਸਕਦਾ ਹੈ, ਪਰ ਯਾਦ ਰੱਖਣਾ ਸਤ ਸੰਗਤ ਜੀ, ਜਿਨ੍ਹਾਂ ਨੇ ਇੰਨਾ ਸਭ ਕੁਝ ਕੀਤਾ, ਜਿਨ੍ਹਾਂ ਦੇ ਕਰਕੇ ਅਸੀਂ ਇਸ ਲਾਈਫ ਨੂੰ, ਇਸ ਜੀਵਨ ਨੂੰ ਬਤੀਤ ਕਰ ਰਹੇ ਹਾਂ, ਤੇ ਕਿਉਂ ਨਾ ਸ਼ੁਕਰਾਨਾ ਕਰੀਏ। ਗੁਰੂ ਗ੍ਰੰਥ ਸਾਹਿਬ ਸਾਨੂੰ ਇਹ ਸਿਖਾਉਂਦਾ ਹੈ। ਪਤੀ ਪਤਨੀ ਦਾ ਜੋ ਰਿਸ਼ਤਾ ਹੈ ਨਾ, ਇਹ ਸਾਨੂੰ ਸਿਖਾਉਂਦਾ ਹੈ ਕਿ ਧਰਮ ਕਿਸ ਤਰ੍ਹਾਂ ਕਮਾਉਣਾ ਹੈ। ਮੈਂ ਇੱਕ ਵਾਰੀ ਜ਼ਿਕਰ ਕੀਤਾ ਸੀ, ਮਾਤਾ ਭੈਣਾਂ ਬੈਠੀਆਂ ਨੇ, ਅੱਜ ਨਾ ਬਹੁਤਾ ਇਹ ਸੋਚੀ ਜਾਂਦੀ ਹੈ, ਗੱਲ ਚੱਲ ਰਹੀ ਹੈ ਭੈਣਾਂ ਦੇ ਵਿੱਚ, ਕਿ ਜੇ ਮੇਰਾ ਜੋ ਪਤੀ ਹੈ ਨਾ, ਉਹ ਕੇਵਲ ਮੇਰਾ ਹੀ ਕਹਿਣਾ ਮੰਨੇ, ਮੇਰੇ ਹੀ ਸੁਣੇ, ਮੇਰੀ ਹੀ ਗੱਲ ਮੰਨੇ, ਜੋ ਮੈਂ ਕਹਾਂ ਉਹ ਕੁਝ ਕਰੇ, ਤੇ ਉਹਦੇ ਲਈ ਦੂਜੇ ਰਸਤੇ ਵੀ ਅਪਣਾਏ ਜਾਂਦੇ ਨੇ, ਗਲਤ ਰਾਹ ਤੇ ਵੀ ਤੁਰਿਆ ਜਾਂਦਾ। ਫਿਰ ਕਰਮਕਾਂਡ ਉਹੋ ਜਿਹੇ ਕਰਨੇ ਜੋ ਘਰਾਂ ਦੇ ਵਿੱਚ ਕੇਵਲ ਕਲੇਸ਼ ਹੀ ਪੈਦਾ ਕਰਦੇ ਨੇ, ਹੋਰ ਕੁਝ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਮੇਰੀ ਬੱਚੀ, ਜੇ ਗ੍ਰਸਤ ਜੀਵਨ ਦੇ ਵਿੱਚ ਸੁਖੀ ਰਹਿਣਾ ਹੈ ਨਾ, ਤੇ ਮੈਂ ਤੈਨੂੰ ਦੱਸਦਾ, ਤੂੰ ਮੇਰੇ ਕੋਲ ਆ, ਹੋਰ ਕਿਤੇ ਜਾਣ ਦੀ ਲੋੜ ਨਹੀਂ। ਦੋ ਭੈਣਾਂ ਦੀ ਗੱਲ ਕਰਵਾਈ ਨਾ ਆਪਸ ਦੇ ਵਿੱਚ, ਕਹਿੰਦੇ ਇੱਕ ਵੱਡੀ ਭੈਣ ਦਾ ਵਿਆਹ ਹੋ ਗਿਆ, ਉਹ ਆਪਣੇ ਘਰ ਦੇ ਵਿੱਚ ਸੁਖੀ ਹੈ, ਖੁਸ਼ ਹੈ, ਸੱਸ ਸਹੁਰੇ ਵੀ ਉਹਦੀ ਇੱਜ਼ਤ ਕਰਦੇ ਨੇ, ਪਤੀ ਵੀ ਉਹਨੂੰ ਪਿਆਰ ਕਰਦਾ, ਸਤਿਕਾਰ ਦਿੰਦਾ ਏ, ਹਰ ਇੱਕ ਬੰਦਾ ਉਹਦਾ ਸਤਿਕਾਰ ਕਰਦਾ ਏ। ਤੇ ਹੁਣ ਛੋਟੀ ਭੈਣ ਦਾ ਵਿਆਹ ਹੋਣ ਵਾਲਾ ਏ, ਤੇ ਉਹਨੇ ਸਵਾਲ ਕੀਤਾ ਆਪਣੀ ਭੈਣ ਨੂੰ, ਕਹਿੰਦੇ, ਭੈਣੇ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ ਜਿਤਵਤ ਸਾਵੀ ਕੰਤ। ਕਵਣ ਸੋ ਅੱਖਰ, ਕਿਹੜੇ ਅੱਖਰ ਬੋਲਾਂ, ਕਿਹੜੇ ਬੋਲ ਬੋਲਾਂ, ਕਵਣ ਸੋ ਅੱਖਰ ਕਵਣ ਗੁਣ, ਕਿਹੜਾ ਗੁਣ ਅਪਣਾਵਾਂ, ਕਵਣ ਸੋ ਮਣੀਆਂ ਮੰਤ, ਕਿਹੜਾ ਵੇਸ ਅਪਣਾਵਾਂ ਜਿਹਦੇ ਕਰਕੇ ਮੇਰਾ ਪਤੀ ਵੀ ਮੇਰੇ ਵਸ ਦੇ ਵਿੱਚ ਆ ਜਾਵੇ, ਕਿਉਂਕਿ ਤੂੰ ਤਾਂ ਬੜੀ ਖੁਸ਼ ਆ, ਤੇ ਇਹ ਮੈਨੂੰ ਵੀ ਤਰੀਕਾ ਦੱਸ, ਮੈਂ ਵੀ ਉਹੀ ਚੀਜ਼ ਕਰਾਂ। ਤੇ ਉਦੋਂ ਵੱਡੀ ਭੈਣ ਨੇ ਦੱਸਿਆ, ਕਹਿੰਦੇ, ਨਿਮਨ ਸੋ ਅੱਖਰ ਖਮਣ ਗੁਣ,
ਕਹਿੰਦੇ ਨਿਮਰਤਾ ਵਾਲੀ ਹੱਦ ਹੋਣੀ ਚਾਹੀਦੀ ਹੈ, ਨਿਮਰਤਾ ਵਾਲੇ ਬੋਲ ਹੋਣ, ਨਿਮਣ ਸੋ ਅੱਖਰ ਖਮਣ ਗੁਣ, ਬਰਦਾਸ਼ਤ ਕਰਨ ਵਾਲੀ ਹੱਦ ਹੋਣੀ ਚਾਹੀਦੀ ਹੈ। ਜੇ ਬਾ ਮਣੀਆਂ ਮੰਤ, ਜ਼ਬਾਨ ਉੱਤੇ ਮਿਠਾਸ ਹੋਵੇ, ਇਹ ਤ੍ਰੈ ਭੈਣੇ ਵੇਸ ਕਰ ਤਾਵਸ ਆਵੀ ਕੰਤ। ਕਹਿੰਦੇ ਉਦੋਂ ਦੁਨਿਆਵੀ ਪਤੀ ਕੀ, ਪਤੀ ਪਰਮੇਸ਼ਵਰ ਪ੍ਰਮਾਤਮਾ ਵਾਹਿਗੁਰੂ ਵੀ ਤੇਰੇ ਵਾਸਤੇ ਵਿੱਚ ਆ ਜਾਵੇਗਾ। ਸੋ ਕਹਿਣ ਦਾ ਭਾਵ ਸਾਧ ਸੰਗਤ ਜੀ, ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਹੀ ਸਾਨੂੰ ਧਰਮ ਮਿਲ ਸਕਦਾ ਹੈ। ਸਾਨੂੰ ਬਾਹਰ ਕਿਤੇ ਜਾਣ ਦੀ ਲੋੜ ਨਹੀਂ ਹੈ। ਪਤੀ ਸਾਹਮਣੇ ਆ ਜਾਵੇ ਤੇ ਸ਼ੁਕਰਾਨਾ ਹੋ ਜਾਵੇ ਕਿ ਪ੍ਰਮਾਤਮਾ ਤੁਹਾਡੀ ਕਿਰਪਾ ਦੇ ਨਾਲ ਇਹੋ ਜਿਹਾ ਪਤੀ ਮਿਲਿਆ ਜੋ ਮੇਰੇ ਪ੍ਰਤੀ ਵਫਾਦਾਰ ਹੈ। ਜੇ ਪਤਨੀ ਸਾਹਮਣੇ ਆ ਜਾਂਦੀ ਹੈ ਤੇ ਪਤੀ ਸ਼ੁਕਰਾਨਾ ਕਰ ਦੇਵੇ ਕਿ ਪ੍ਰਮਾਤਮਾ ਤੁਹਾਡੇ ਕਰਕੇ ਇਹੋ ਜਿਹੀ ਪਤਨੀ ਮਿਲੀ ਹੈ, ਜੀਵਨ ਸਾਥਣ ਮਿਲੀ ਹੈ ਜਿਸ ਨੇ ਘਰ ਨੂੰ ਜੋੜ ਕੇ ਰੱਖਿਆ ਹੈ। ਜੇ ਬੱਚੇ ਸਾਹਮਣੇ ਆ ਜਾਣ ਤਾਂ ਸ਼ੁਕਰਾਨਾ ਆ ਜਾਵੇ ਕਿ ਪ੍ਰਮਾਤਮਾ ਇਹੋ ਜਿਹੇ ਮਿੱਠੇ ਮੇਵੇ ਤੁਹਾਡੀ ਕਿਰਪਾ ਦੇ ਨਾਲ ਨੇ, ਨਹੀਂ ਤਾਂ ਕਈ ਵਾਰੀ ਉਮਰਾਂ ਬੀਤ ਜਾਂਦੀਆਂ ਨੇ, ਔਲਾਦ ਨਸੀਬ ਨਹੀਂ ਹੁੰਦੀ। ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਅਸੀਂ ਉਸ ਧਰਮ ਨੂੰ ਕਮਾ ਸਕਦੇ ਹਾਂ, ਉਸ ਪ੍ਰਮਾਤਮਾ ਨੂੰ ਹਾਸਲ ਕਰ ਸਕਦੇ ਹਾਂ, ਕਿਉਂਕਿ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਤਾਂ ਹੀ ਤਾਂ ਕਹਿ ਦਿੱਤਾ ਗਿਆ ਨਾ, ਕਹਿੰਦੇ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ, ਬਿਨਾਂ ਸੁਨੋ ਪ੍ਰਭ ਊਚਿਆ ਪਾਰੇ। ਤੁਸੀਂ ਕਿਰਪਾ ਕਰੋ ਸਤਿਗੁਰੂ ਜੀ, ਤੁਸੀਂ ਮਿਲ ਪਾਓ, ਬਿਨਾਂ ਸੁਨੋ ਪ੍ਰਭ ਊਚ ਅਪਾਰੇ, ਨਾਨਕ ਮੰਗਤ ਨਾਮ ਆਧਾਰੇ। ਕਹਿੰਦੇ ਨਾਮ ਹੀ ਮੈਂ ਮੰਗਦਾ ਹਾਂ, ਇਹੀ ਮੇਰੀ ਅਰਦਾਸ ਹੈ। ਤੁਸੀਂ ਉੱਚੇ ਹੋ, ਤੁਸੀਂ ਸਾਰਿਆਂ ਦੀ ਪ੍ਰਤਿਪਾਲਨਾ ਕਰਨ ਵਾਲੇ ਹੋ। ਕੇਵਲ ਤੁਹਾਡੇ ਦੱਸੇ ਹੋਏ ਰਸਤੇ ਉੱਤੇ ਹੀ ਮੈਂ ਚਲਾਂ ਤੇ ਤਾਂ ਹੀ ਮੇਰੇ ਜੀਵਨ ਦਾ ਕੋਈ ਪਾਰ ਉਤਾਰਾ ਵੀ ਹੋ ਸਕਦਾ ਹੈ। ਨਾਨਕ ਮੰਗਤ ਨਾਮ ਆਧਾਰੇ, ਨਾਮ ਦੇ ਨਾਲ ਹੀ ਇਸ ਸਾਡੇ ਜੀਵਨ ਦਾ ਪਾਰ ਉਤਾਰਾ ਹੋ ਸਕਦਾ ਹੈ। ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਪਰਮਾਤਮਾ ਨੂੰ ਹਾਸਲ ਕਰੀਏ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਇਸ ਗ੍ਰਹਿ ਦੇ ਵਿੱਚ ਗੱਲ ਭਾਵੇਂ ਇਸ ਗ੍ਰਹਿ ਦੀ ਹੋਵੇ, ਭਾਵੇਂ ਉਸ ਘਰ ਦੀ, ਆਪਣੇ ਘਰ ਦੀ, ਨਿਜ ਘਰ ਦੀ ਹੋਵੇ, ਇੱਕੋ ਗੱਲ ਹੈ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਫਿਰ ਇਸ ਗ੍ਰਹਿ ਦੇ ਵਿੱਚ ਜੋ ਜਾਗਿਆ ਹੋਇਆ, ਜੋ ਪ੍ਰਮਾਤਮਾ ਦੇ ਦੱਸੇ ਹੋਏ ਰਸਤੇ ਉੱਤੇ ਚੱਲ ਰਿਹਾ ਹੈ, ਤੇ ਫਿਰ ਉਹਦਾ ਤੇ ਹਰ ਇੱਕ ਕੰਮ ਇਉਂ ਜਾਣੋ ਗੁਰਮੁਖਾਂ ਵਾਲਾ ਹੀ ਹੈ। ਗੁਰਮੁਖ ਹਾਸੇ ਗੁਰਮੁਖ ਰੋਵੇ, ਜੋ ਗੁਰਮੁਖ ਕਰੇ ਸਾਈ ਭਗਤੀ ਹੋਵੇ। ਉਹ ਸਾਰੀਆਂ ਹੀ ਚੀਜ਼ਾਂ ਫਿਰ ਭਗਤੀ ਵਾਲੀਆਂ ਹੀ ਬਣ ਜਾਂਦੀਆਂ ਨੇ ਜਦ ਸਾਡਾ ਜੀਵਨ ਇਹੋ ਜਿਹਾ ਬਣ ਜਾਂਦਾ ਹੈ ਕਿ ਹਰ ਇੱਕ ਚੀਜ਼ ਦੇ ਵਿੱਚ ਸ਼ੁਕਰਾਨਾ ਹੋਵੇ। ਕਿਉਂਕਿ ਪ੍ਰਮਾਤਮਾ ਹਰ ਥਾਂ ਤੇ ਮੌਜੂਦ ਹੈ। ਪ੍ਰਮਾਤਮਾ ਕੇਵਲ ਪਹਾੜਾਂ ਤੇ ਨਹੀਂ ਮੌਜੂਦ। ਮਤਾ ਕਿਤੇ ਸਮਝ ਲੈਣਾ ਕਿ ਪ੍ਰਮਾਤਮਾ ਕਿਤੇ ਜੰਗਲ ਦੇ ਵਿੱਚ ਹੈ ਜਾਂ ਉੱਚੀ ਚੋਟੀ ਤੇ ਹੈ, ਨਹੀਂ। ਪ੍ਰਮਾਤਮਾ ਹਰ ਥਾਂ ਤੇ ਹੈ ਤੇ ਹਰ ਇੱਕ ਦੀ ਸੰਭਾਲ ਕਰ ਰਿਹਾ। ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਬਾਰ ਗਨੀਮਨ ਗਾਰੈ, ਪਚ ਪਸ਼ੂ ਨਗ ਨਾਗ ਨਿਰਾਦਪ ਸਰਬ ਸਮੈ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੇ, ਦੀਨ ਦਇਆਲ ਦਇਆ ਨਿਧ, ਦੁੱਖ ਨ ਦੇਖਤ ਹੈ ਪਰ ਦਇਤ ਨਾ ਹਾਰੇ। ਹਰ ਇੱਕ ਨੂੰ ਸੰਭਾਲ ਰਿਹਾ। ਸੀਚਨ ਹਾਰਾ ਏਕੈ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਪੱਤੇ ਪੱਤੇ ਦੀ ਉਹ ਰੱਖਿਆ ਕਰਦਾ ਏ, ਤੇ ਗੁਰੂ ਕੇ ਸਿੱਖਾ ਤੇਰੀ ਰੱਖਿਆ ਕਿਉਂ ਨਹੀਂ ਕਰੇਗਾ। ਤੂੰ ਤੇ ਕੇਵਲ ਨਾਮ ਜਪ ਵੇਲੇ ਦੇ ਨਾਲ, ਪਰ ਉਦਮ ਕਰਨਾ ਪਏਗਾ। ਸੋਚ ਆਪਣੀ ਆਪ ਬਣਾਉਣੀ ਪਏਗੀ ਕਿ ਜੇ ਧਰਮ ਨੂੰ ਕਮਾਉਣਾ ਹੈ, ਜੇ ਪ੍ਰਮਾਤਮਾ ਦੇ ਨੇੜੇ ਹੋਣਾ ਹੈ, ਤੇ ਫਿਰ ਅੰਮ੍ਰਿਤ ਵੇਲਾ ਤੈਨੂੰ ਆਪ ਸੰਭਾਲਣਾ ਪਏਗਾ। ਇਹ ਨਹੀਂ ਕਿ ਘਰ ਦੇ ਵਿੱਚ ਹੈ ਤੇ ਸੁੱਤਾ ਹੋਇਆ। ਹਰ ਰੋਜ਼ ਸਾਧ ਸੰਗਤ ਜੀ ਸਵੇਰ ਵੇਲੇ ਇਹ ਚੇਤੇ ਰੱਖ ਲੈਣਾ। ਅੱਜ ਦਿਨ ਤੋਂ ਬਾਅਦ ਤੁਸੀਂ ਇਸ ਗੱਲ ਨੂੰ, ਚੋਇਸਿਸ ਸਾਨੂੰ ਮਿਲਦੀਆਂ ਨੇ, ਹਰ ਰੋਜ਼ ਚੋਇਸ ਮਿਲਦੀ ਹੈ, ਚੋਣ ਤੁਸੀਂ ਕਰਨੀ ਹੈ। ਕਿਉਂਕਿ ਜਿਹੜੇ ਵਿਨਰ ਹੁੰਦੇ ਨੇ ਨਾ, ਜੇਤੂ ਹੁੰਦੇ ਨੇ, ਜਿਨ੍ਹਾਂ ਨੇ ਅੱਗੇ ਵਧਣਾ ਹੁੰਦਾ ਹੈ, ਜਿਨ੍ਹਾਂ ਨੇ ਆਪਣੀ ਲਾਈਫ ਨੂੰ ਸਕਸੈਸਫੁਲ ਬਣਾਉਣਾ ਹੈ, ਉਹਨਾਂ ਦੇ ਲਈ ਦੋ ਚੋਇਸਾਂ ਹੁੰਦੀਆਂ ਨੇ। ਪਹਿਲੀ, ਤੇ ਸਵੇਰੇ ਉੱਠਣਗੇ
ਤੇ ਅੰਮ੍ਰਿਤ ਵੇਲਾ ਸੰਭਾਲ ਲੈਣ। ਪਹਿਲੀ ਤੇ ਇਹ ਚੋਇਸ ਹੈ ਕਿ ਜਾਂ ਤੇ ਜੀ ਹਾਲੇ ਉੱਠ ਗਏ ਆ, ਸੁਪਨਾ ਤੇ ਬੜਾ ਚੰਗਾ ਆਇਆ ਸੀ, ਕਿਉਂ ਨਾ ਥੋੜਾ ਹੋਰ ਸੋਹ ਲਈਏ ਤੇ ਉਸ ਸੁਪਨੇ ਨੂੰ ਹੋਰ ਅੱਗੇ ਵੇਖ ਲਈਏ। ਤੇ ਦੂਜੀ ਚੋਇਸ ਇਹ ਹੁੰਦੀ ਹੈ ਕਿ ਜੋ ਸੁਪਨਾ ਵੇਖਿਆ ਹੈ ਉਹਨੂੰ ਚੇਜ਼ ਕਰੀਏ, ਅੱਗੇ ਵਧੀਏ, ਉਸ ਸੁਪਨੇ ਨੂੰ ਸਾਕਾਰ ਕਰੀਏ, ਪੂਰਾ ਕਰੀਏ, ਮਿਹਨਤ ਮਸ਼ੱਕਤ ਕਰਕੇ ਉਸ ਮੁਕਾਮ ਉੱਤੇ ਪਹੁੰਚੀਏ। ਨੌਜਵਾਨਾਂ ਨੂੰ ਮੈਂ ਇਹ ਬੇਨਤੀ ਕਰਾਂਗਾ ਕਿ ਹਰ ਰੋਜ਼ ਹੀ ਤੁਹਾਡੇ ਕੋਲ ਦੋ ਚੋਣਾਂ ਹੁੰਦੀਆਂ ਨੇ, ਜਾਂ ਤੇ ਸੌਂ ਕੇ ਉਸ ਸੁਪਨੇ ਨੂੰ ਕੇਵਲ ਤਾਂ ਕੇਵਲ ਵੇਖ ਸਕਦੇ ਹੋ, ਜਾਂ ਫਿਰ ਉੱਠ ਕੇ ਉਸ ਸੁਪਨੇ ਪਿੱਛੇ ਦੌੜ ਕੇ ਆਪਣੇ ਉਸ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਜਿਹਨੇ ਧਰਮ ਕਮਾਉਣਾ ਹੈ ਉਹ ਧਰਮ ਕਮਾ ਸਕਦਾ ਹੈ। ਮਤਾ ਕਿਤੇ ਸਮਝ ਲੈਣਾ ਕਿ ਸਾਨੂੰ ਇੱਥੋਂ ਛੱਡ ਕੇ ਜਾਣਾ ਪਵੇ ਤਾਂ ਹੀ ਅਸੀਂ ਨਾਮ ਕਮਾ ਸਕਦੇ ਹਾਂ। ਨਹੀਂ ਸਤ ਸੰਗਤ ਜੀ, ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਈਓ, ਪਰ ਯਾਦ ਰੱਖਣਾ ਨਾਨਕ ਕਹਿਤ ਸੁਨੋਰੇ ਲੋਗਾ, ਸੰਤ ਰਸਨ ਕੋ ਬਸ ਹੀਓ। ਪਰਮਾਤਮਾ ਕਹਿੰਦੇ ਜਿੱਥੇ ਬੰਦਗੀ ਕੀਤੀ ਜਾਂਦੀ ਹੈ ਨਾ ਉੱਥੇ ਹੀ ਵਸਦਾ ਏ। ਨਾਨਕ ਕਹਿਤ ਸੁਨੋਰੇ ਲੋਗਾ, ਸੰਤ ਰਸਨ ਕੋ ਬਸ ਹੀਓ। ਜਿੱਥੇ ਸਾਧੂ ਜਨ ਉਹਦੀ ਬੰਦਗੀ ਕਰਦੇ ਹੋਣ, ਜਿੱਥੇ ਉਹਦੀ ਸਿਫਤੋ ਸਲਾਘਾ ਹੁੰਦੀ ਹੋਵੇ, ਪਰਮਾਤਮਾ ਉੱਥੇ ਹੀ ਵਸਦਾ ਏ। ਸੋ ਗੁਰੂ ਕਿਰਪਾ ਕਰੇ, ਰਹਿਮਤ ਕਰੇ, ਇਸੇ ਤਰ੍ਹਾਂ ਅਸੀਂ ਨਾਮ ਜਪ ਲਈਏ, ਇਸੇ ਤਰ੍ਹਾਂ ਅਸੀਂ ਪਰਮਾਤਮਾ ਦੀ ਸਿਫਤੋ ਸਲਾਘਾ ਨੂੰ ਗਾ ਲਈਏ, ਤਾਂ ਹੀ ਸਾਡੇ ਜੀਵਨ ਦਾ ਪਾਰ ਉਤਾਰਾ ਹੋ ਸਕਦਾ, ਤਾਂ ਹੀ ਅਸੀਂ ਪਰਮਾਤਮਾ ਨੂੰ ਵੀ ਪਾ ਸਕਦੇ ਹਾਂ। ਪੰਕਤੀ ਫੇਰ ਉਹੀ ਹੈ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਜਿਸ ਨੇ ਖੋਜ ਕੀਤੀ, ਜਿਸ ਨੇ ਯਤਨ ਕੀਤਾ ਹੈ, ਪਰਮਾਤਮਾ ਤੇ ਉਹਨੂੰ ਹੀ ਮਿਲਿਆ ਹੈ। ਸੋ ਇੰਨੀ ਕੁ ਸੇਵਾ ਪ੍ਰਵਾਨ ਕਰਨੀ। ਮਨਮਤ ਅਨੁਸਾਰ ਜੇ ਕਥਾ ਕਰਦਿਆਂ ਹੋਇਆਂ ਕੁਝ ਬੋਲ ਗਿਆ ਹੋਵਾਂ, ਖਿਮਾ ਦਾ ਜਾਚਕ ਹਾਂ। ਗੁਰਮਤ ਅਨੁਸਾਰ ਜੇ ਆਪ ਸਾਰਿਆਂ ਨੇ ਕੁਝ ਸਰਵਣ ਕੀਤਾ ਹੋਵੇ, ਜ਼ਿੰਦਗੀ ਦੇ ਵਿੱਚ ਧਾਰਨ ਕਰਨ ਦਾ ਯਤਨ ਜ਼ਰੂਰ ਕਰਨਾ। ਧੰਨਵਾਦੀ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰੇ ਹੀ ਸੇਵਾਦਾਰ ਤੇ ਜਿੰਨੇ ਵੀ ਸੇਵਾ ਕਰਨ ਵਾਲੇ ਨੇ, ਕਿਉਂਕਿ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਸਤ ਸੰਗਤ ਜੀ ਆਪ ਸਾਧ ਸੰਗਤ ਦੇ ਰੂਬਰੂ ਹੋ ਕੇ ਕਥਾ ਦੀਆਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਦਾ ਹੈ। ਗੁਰੂ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।